ਰੇਡੀਓ ਇੰਡੀਆ KRPA 1110 AM ਨਾਲ ਜੁੜੇ ਸਮੂਹ ਸਰੋਤਿਆਂ ਦਾ ਪ੍ਰੋਗਰਾਮ ਪੰਜਾਬੀ ਆਵਾਜ਼ ਦੇ ਇਸ ਦੂਸਰੇ ਪੜਾਅ ਦੇ ਵਿੱਚ ਹਾਰਦਿਕ ਸਵਾਗਤ ਹੈ। ਮੇਰੇ ਯਾਨੀ ਬਲਦੇਵ ਸਿੰਘ ਭੰਮ ਵੱਲੋਂ ਪਿਆਰ ਤੇ ਸਤਿਕਾਰ ਨਾਲ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ। ਜੇਕਰ ਤੁਸੀਂ ਸਾਰੀ ਦੁਨੀਆ 'ਚ ਕਿਤੇ ਵੀ ਬੈਠ ਕੇ ਸਾਨੂੰ ਲਾਈਵ ਸੁਣਨਾ ਚਾਹੁੰਦੇ ਹੋ ਤਾਂ radioindia.ca ਸਾਡੀ ਵੈਬਸਾਈਟ ਹੈ। ਇਸ ਵੈਬਸਾਈਟ ਤੇ ਜਾ ਕੇ ਤੁਸੀਂ ਕਿਸੇ ਵੀ ਵਕਤ ਤੇ ਕਿਤੇ ਵੀ ਬੈਠ ਕੇ ਸਾਡੇ ਨਾਲ ਜੁੜ ਸਕਦੇ ਹੋ। ਸਾਡਾ ਸਟੂਡੀਓ ਦਾ ਨੰਬਰ ਹੈ 604 592 9191 64592 9191। ਪ੍ਰੋਗਰਾਮ ਪੰਜਾਬੀ ਆਵਾਜ਼ ਦੀ ਵਿਧੀਵਤ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਡਾਕਟਰ ਸ਼ਿੰਦਰ ਪੁਰੇਵਾਲ ਜੀ ਦਾ, ਤੇ ਫਿਰ ਉਸ ਤੋਂ ਬਾਅਦ ਪੜਾਅ ਦਰ ਪੜਾਅ ਅਸੀਂ ਅੱਗੇ ਵਧਾਂਗੇ। ਡਾਕਟਰ ਸਾਹਿਬ, ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਪੰਜਾਬੀ ਆਵਾਜ਼ ਦੇ ਇਸ ਪੜਾਅ ਦੇ ਵਿੱਚ। ਗੁੱਡ ਮਾਰਨਿੰਗ। ਵੈਰੀ ਗੁੱਡ ਮਾਰਨਿੰਗ ਸਰ। ਸੋ ਇੱਕ ਬੜਾ ਅਹਿਮ ਜਿਹੜਾ ਮਸਲਾ ਜਿਹੜਾ ਸਾਡੇ ਸਾਰਿਆਂ ਦੇ ਸਾਹਮਣੇ ਹੈ ਜੀ, ਉਹ ਇਹ ਹੈ ਕਿ ਸਰੀ ਪੁਲਿਸ ਦਾ ਰੇੜਕਾ ਹੁਣ ਤੱਕ ਨੱਕ ਦਾ ਸਵਾਲ ਬਣਿਆ ਰਿਹਾ ਸਾਰਿਆਂ ਵਾਸਤੇ ਕਿ ਸ਼ਹਿਰ ਦੀ ਅਧਿਕਾਰਤ ਪੁਲਿਸ ਦਾ ਫੈਸਲਾ ਜਿਹੜਾ ਉਹ ਕੌਣ ਕਰੂਗਾ। ਪਰ ਕੱਲ ਸੋਲਿਸਿਟਰ ਜਨਰਲ ਮਾਈਕ ਫਰਨਵਰਥ ਨੇ ਆਪਣੇ ਦੋ ਟੁਕ ਫੈਸਲੇ ਦੇ ਵਿੱਚ ਸਲਾਹ ਨਹੀਂ ਦਿੱਤੀ, ਸਗੋਂ ਆਦੇਸ਼ ਦਿੱਤਾ ਹੈ ਕਿ ਕੌਂਸਲ ਜਿਹੜੀ ਹੈ ਸਰੀ ਪੁਲਿਸ ਸਰਵਿਸ ਦੇ ਨਾਲ ਅੱਗੇ ਵਧੇ। ਇਧਰੋਂ ਹੁਣ ਮੇਅਰ ਸਾਹਿਬਾਂ ਵੀ ਜਿਹੜੀ ਹੈ ਉਹ ਵੀ ਤੁਹਾਨੂੰ ਪਤਾ ਹੈ ਵੀ ਅੜੀਅਲ ਹੈਗੀ ਹੈ। ਇਹ ਹੁਣ ਕੀ ਬਣੂਗਾ ਜੀ? ਦੇਖੋ, ਇਹ 2 ਮਹੀਨੇ ਪਹਿਲਾਂ ਵੀ ਜਦੋਂ ਉਹਨਾਂ ਨੇ ਸਲਾਹ ਦਿੱਤੀ ਸੀ ਨਾ, ਸਲਾਹ ਦੇਣ ਲਈ ਨਹੀਂ, ਮਿਨਿਸਟਰ ਨੂੰ ਹੁਕਮ ਹੀ ਦੇਣੇ ਚਾਹੀਦੇ ਜੀ। ਬਿਲਕੁਲ। ਉਹ ਸੋਲਿਸਿਟਰ ਜਨਰਲ ਨੇ BC ਦੇ, ਉਹਨਾਂ ਨੂੰ ਹੁਕਮ ਹੀ ਦੇਣੇ, ਪਹਿਲਾਂ ਵੀ ਹੁਕਮ ਦੇਣੇ ਚਾਹੀਦੇ ਸੀ। ਪਹਿਲਾਂ ਉਹ ਕੋਸ਼ਿਸ਼ ਕਰਦੇ ਸੀ ਕੰਪਰੋਮਾਈਜ਼ ਇਹ ਕਰਨ ਦੀ ਵੀ ਸਾਡੇ ਸਿਰ ਨਾ ਆਵੇ, ਲੋਕਾਂ ਨੂੰ ਅਸੀਂ ਜਾ ਕੇ ਕਵਾਂਗੇ ਅਸੀਂ RCMP ਵੀ ਦੇ ਵੀ ਹੱਕ 'ਚ ਆ, ਅਸੀਂ ਸਰੀ ਪੁਲਿਸ ਦੇ ਵੀ ਹੱਕ 'ਚ ਆ, ਇਹ ਤਾਂ ਤੁਹਾਡੀ ਮੇਅਰ ਦਾ ਫੈਸਲਾ ਹੈ। ਬਿਲਕੁਲ। ਤੇ ਉਹਨਾਂ ਤੇ ਸਿੱਟਣਾ ਚਾਹੁੰਦੇ ਸੀ ਜੀ। ਉਹਨਾਂ ਨੇ, ਮੇਅਰ ਨੇ ਤਾਂ ਦੋ ਟੁਕ ਫੈਸਲਾ ਕਰ ਲਿਆ ਵੀ ਨਹੀਂ, ਮੈਂ ਤੇ RCMP ਦੇ ਹੱਕ ਦੇ ਵਿੱਚ ਖੜੀ ਹਾਂ। ਪਰ ਹੁਣ ਆ ਕੇ ਅਖੀਰ ਦੇ ਵਿੱਚ ਉਹੀ ਕੰਮ ਕੀਤਾ ਜਿਹੜਾ ਅੱਜ ਤੋਂ ਇਹਨਾਂ ਨੂੰ 9 ਮਹੀਨੇ ਪਹਿਲਾਂ ਕਰਨਾ ਚਾਹੀਦਾ ਸੀ। ਜਿਹੜਾ ਫੈਸਲਾ ਪਹਿਲਾਂ 2018 ਤੋਂ ਬਾਅਦ ਕੀਤਾ, ਉਸ ਵੇਲੇ ਸਰੀ ਪੁਲਿਸ ਦੇ ਹੱਕ ਦੇ ਵਿੱਚ ਇਹੀ ਮਿਨਿਸਟਰ ਨੇ ਉਹਨਾਂ ਦੇ ਹੱਕ ਦੇ ਵਿੱਚ ਕੀਤਾ ਸੀ ਜੀ। ਫਿਰ ਇੰਨਾ ਚਿਰ ਦੂਸਰੀ ਵਾਰ ਤਾਂ ਇਸ਼ੂ ਨਹੀਂ ਸੀ, ਕਹਿਣ ਦੀ ਲੋੜ ਨਹੀਂ ਸੀ ਉਹਨਾਂ ਨੂੰ, ਦੱਸੋ ਵੀ ਅਸੀਂ ਇੱਕ ਵਾਰ ਫੈਸਲਾ ਕਰ ਲਿਆ, ਉਹਦੇ ਵਿੱਚ ਅਸੀਂ ਦੇਖ ਲਿਆ ਵੀ ਕਿਉਂ ਅਸੀਂ ਸਮਝਦੇ ਹਾਂ ਕਿ ਸਰੀ ਪੁਲਿਸ ਫੋਰਸ ਦੇ ਤੌਰ ਤੇ ਸਰੀ ਲਈ ਠੀਕ ਹੈ ਜੀ, ਤੇ ਇਹਦੇ ਤੇ ਬਦਲਣ ਦੀ ਹੁਣ ਲੋੜ ਨਹੀਂ। ਪਹਿਲਾਂ ਹੀ ਇਹ ਲੈਜਿਸਲੇਸ਼ਨ ਲਿਆਉਣੀ ਚਾਹੀਦੀ ਸੀ ਇਹਨਾਂ ਨੂੰ ਵੈਸੇ, ਤੇ ਹੁਣ ਲੈਜਿਸਲੇਸ਼ਨ ਦੀ ਵੀ ਗੱਲ ਕਰਦੇ ਆ। ਇਹ ਰੇੜਕਾ ਇਸ ਕਰਕੇ ਪੈਂਦਾ ਕਿ ਸਭ ਤੋਂ ਪਹਿਲਾਂ ਤੇ ਸੰਵਿਧਾਨਕ ਵੰਡ ਜਿਹੜੀ ਅਸੀਂ ਉਹਦੀ ਗੱਲ ਕਰਦੇ ਹਾਂ ਜੀ। ਸੰਵਿਧਾਨ ਦੇ ਵਿੱਚ ਮਿਊਨਿਸਪੈਲਿਟੀ ਦਾ ਕੋਈ ਨਾਂ ਨਹੀਂ ਲੈਂਦਾ। ਇਹ ਸਿਰਫ 2 ਹੀ ਸਰਕਾਰਾਂ ਨੇ ਜੀ, ਇੱਕ ਫੈਡਰਲ ਸਰਕਾਰ ਤੇ ਦੂਜੀ ਸੂਬਾ ਸਰਕਾਰ ਜੀ। ਈਵਨ ਟੈਰੀਟਰੀਜ਼ ਜਿਹੜੀਆਂ ਸਾਡੀਆਂ, ਉਹਨਾਂ ਨੂੰ ਸੰਵਿਧਾਨ ਦੇ ਵਿੱਚ ਕੋਈ ਮਾਨਤਾ ਨਹੀਂ ਹੈ। ਉਹਨਾਂ ਦੇ ਵਿੱਚ ਉਹ ਸਿੱਧੀਆਂ ਫੈਡਰਲ ਸਰਕਾਰ ਦੇ ਅੰਡਰ ਆ ਜੀ। ਫੈਡਰਲ ਸਰਕਾਰ ਉਹਨਾਂ ਨੂੰ ਸਾਰੇ ਅਧਿਕਾਰ ਦੇ ਦੇਵੇ, ਅੱਧੇ ਖੋਹ ਲਵੇ, 75% ਦੇ ਦੇਵੇ, ਕੁਛ ਜੋ ਮਰਜ਼ੀ ਕਰੇ ਹੁਣ ਜੀ, ਉਹ ਦੇ ਸਕਦੇ। ਹੁਣ ਉਹਦੇ ਵਿੱਚੋਂ ਜਿਹੜਾ ਲਾਅ ਐਂਡ ਆਰਡਰ ਆ ਜੀ, ਉਹ ਆਉਂਦਾ ਸੂਬੇ ਦੇ ਵਿੱਚ ਜੀ। ਸੂਬੇ ਦੇ ਵਿੱਚ ਇਹਨਾਂ ਨੇ ਇੱਕ ਪੁਲਿਸ ਐਕਟ ਬਣਾਇਆ ਆ ਕਿ ਇਹ ਜਿਹੜੀ ਅਸੀਂ ਰਿਸਪੌਂਸਿਬਿਲਿਟੀ, ਜ਼ਿੰਮੇਵਾਰੀ ਆ, ਉਹ ਦਿੰਨੇ ਆਪਣੀਆਂ ਸਿਟੀਜ਼ ਨੂੰ, ਮਿਊਨਿਸਪਲ ਸਰਕਾਰ ਨੂੰ ਜੀ, ਜਿਹੜੀ ਕਿ ਹਰ ਇੱਕ ਅਧਿਕਾਰ ਖੇਤਰ ਦੇ ਵਿੱਚ ਆਪਣੀ ਉਹਨਾਂ ਦੀ ਜ਼ਿੰਮੇਵਾਰੀ ਹੋਗੀ, ਤੁਸੀਂ ਲਾਅ ਐਂਡ ਆਰਡਰ ਕਿੱਦਾਂ ਕਾਇਮ ਕਰਨਾ ਜੀ। ਪੁਲਿਸ ਐਕਟ 'ਚ ਇਹ ਕਹਿੰਦੇ ਆ ਕਿ ਜਿਹੜੀ ਮਿਊਨਿਸਪੈਲਿਟੀ ਤੇ 5000 ਤੋਂ ਜ਼ਿਆਦਾ ਲੋਕੀ ਰਹਿੰਦੇ ਆ, ਉਹਨਾਂ ਦੇ ਕੋਲ ਆਪਣੀ ਪੁਲਿਸ ਫੋਰਸ ਹੋਣੀ ਚਾਹੀਦੀ ਹੈ ਜੀ। ਉਹਦੇ ਵਿੱਚ 3 ਚੁਆਇਸਸ ਹੈ ਇਹਨਾਂ ਦੇ ਕੋਲ, ਜਾਂ ਤਾਂ ਉਹ ਆਪਣੀ ਪੁਲਿਸ ਫੋਰਸ ਲੈਣ, ਜਾਂ ਉਹ ਕਿਸੇ ਹੋਰ ਐਗਜ਼ਿਸਟਿੰਗ ਜਿਹੜੀਆਂ ਹੋਰ ਪੁਲਿਸ ਫੋਰਸਸ ਆ ਉਹਨਾਂ ਨਾਲ ਠੇਕਾ ਕਰ ਲਵੇ, ਜਿਵੇਂ ਸਕੁਆਈ ਮਾਰਟ ਨੇ ਕੀਤਾ ਹੈ ਵਿਕਟੋਰੀਆ ਦੇ ਨਾਲ ਜੀ। ਹੁਣ ਉਹ ਤੋੜਨਾ ਚਾਹੁੰਦੇ ਆ ਜੀ। ਵੈਸੇ ਸਕੁਆਈ ਮਾਰਟ ਦੇ ਵਿੱਚ ਆਪਣੀ ਉਹਨਾਂ ਦੀ ਪੁਲਿਸ ਫੋਰਸ ਨਹੀਂ ਹੈ, ਉਹਨਾਂ ਨੇ ਵਿਕਟੋਰੀਆ ਪੁਲਿਸ ਦੇ ਨਾਲ ਕੰਟਰੈਕਟ ਕੀਤਾ ਹੈ ਜੀ। ਸੋ ਇਹ ਵੀ ਚੁਆਇਸ ਹੈ। ਤੇ 3rd ਚੁਆਇਸ ਹੈਗੀ ਹੈ ਜਿਹੜੀ ਵੀ ਸੂਬੇ ਭਰ ਦੇ ਵਿੱਚ ਕੋਈ ਵੀ ਪੁਲਿਸ ਫੋਰਸ ਹੈ, ਜਿਵੇਂ ਸੂਬੇ ਦੀ ਆਪਣੀ ਹੋਵੇ, ਜੇ BC ਦੀ ਪੁਲਿਸ ਹੋਵੇ ਜੀ, ਜੇ BC ਦੀ ਪੁਲਿਸ ਹੈ ਨਹੀਂ ਸੀ, ਤੇ ਇਹਦਾ ਕਰਕੇ ਉਹਨਾਂ ਨੇ RCMP ਦੇ ਨਾਲ ਫੈਡਰਲ ਗਵਰਨਮੈਂਟ ਨਾਲ ਕੰਟਰੈਕਟ ਕੀਤਾ ਸੀ ਕਿ ਤੁਸੀਂ ਸਾਨੂੰ
ਆਰਸੀਐਮਪੀ ਪ੍ਰੋਵਾਈਡ ਕਰੋ ਜੀ ਪੁਲਿਸਿੰਗ ਲਈ। ਜੀ ਜੀ ਸੋ ਤੀਸਰੀ ਆਪਸ਼ਨ ਇਹ ਆ ਕਿ ਤੁਸੀਂ ਆਰਸੀਐਮਪੀ ਲੈ ਸਕਦੇ ਹੋ। ਸਰੀ ਨੇ ਹਮੇਸ਼ਾ ਹੀ ਆਰਸੀਐਮਪੀ ਰੱਖੀ। ਪਹਿਲਾਂ ਇੱਥੇ ਵੀ ਹੁੰਦੀ ਸੀ ਪੁਲਿਸ ਫੋਰਸ ਇਹਨਾਂ ਦੀ, ਜੀ। ਉਸ ਤੋਂ ਬਾਅਦ ਆਰਸੀਐਮਪੀ ਲੈ ਕੇ ਆਏ, ਹੁਣ ਫੇਰ ਆਪਣੀ ਸਰੀ ਦੀ ਪੁਲਿਸ ਫੋਰਸ ਲੈ ਆਏ। ਜੀ ਸੋ ਇਹਦੀ ਟ੍ਰਾਂਜੀਸ਼ਨ ਦੇ ਵਿੱਚ ਵੀ ਦੋ ਚੱਕਰ ਆ ਪੁਲਿਸ ਐਕਟ ਦੇ ਅੰਡਰ। ਜੀ ਇੱਕ ਤਾਂ ਜਿਹੜਾ ਫੈਸਲਾ ਪਹਿਲਾ ਫੈਸਲਾ ਕਰਨਾ ਹੈ ਉਹ ਤਾਂ ਕੌਂਸਲ ਨੇ ਤਾਂ ਮੇਅਰ ਨੇ ਕਰਨਾ। ਜੀ ਤੁਸੀਂ ਕਿਹੜੀ ਪੁਲਿਸ ਫੋਰਸ ਕਿੱਦਾਂ ਯੂਜ਼ ਕਰਨੀ ਆ ਇਹ ਤੁਹਾਡਾ ਫਰਜ਼ ਹੈ, ਜੀ ਕਿਉਂਕਿ ਲਾਅ ਐਂਡ ਆਰਡਰ ਮੇਨਟੇਨ ਕਰਨਾ ਤੁਸੀਂ ਆਪ ਕਰਨਾ ਹੈ। ਜੀ ਜਦੋਂ ਡਿਸਾਈਡ ਕਰ ਲੈਂਦੇ ਕਿ ਅਸੀਂ ਕੀ ਕਰਨਾ, ਅਸੀਂ ਆਪਣੀ ਪੁਲਿਸ ਫੋਰਸ ਰੱਖਣੀ ਆ, ਕਿਸੇ ਦੀ ਹੋਰ ਦੀ ਪੁਲਿਸ ਲੈਣੀ ਆ ਜਾਂ ਆਰਸੀਐਮਪੀ ਲੈਣੀ ਆ, ਜੀ ਤੇ ਉਦੋਂ ਬਾਅਦ ਉਹ ਇੱਕ ਜਿਹੜਾ ਸੋਲਿਸਿਟਰ ਜਨਰਲ ਦੀ ਮਿਨਿਸਟਰੀ ਆ ਉਹ ਪੁੱਛਦੀ ਆ ਕਿ ਸਾਡਾ ਓਵਰਆਲ ਕੰਸਰਨ ਜਿਹੜਾ ਆ ਉਹ ਹੈ ਕਿ ਸੇਫਟੀ ਐਂਡ ਸਿਕਿਉਰਿਟੀ ਆਫ ਸਿਟੀਜ਼ਨਸ। ਜੀ ਇਹ ਅਸੀਂ ਦੇਖਣਾ ਚਾਹੁੰਦੇ ਹਾਂ ਕਿ ਇਹ ਪੁਲਿਸ ਫੋਰਸ ਦੇ ਨਾਲ ਤੁਸੀਂ ਸਮਝੌਤਾ ਕੀਤਾ ਆ ਜੀ ਜਾਂ ਆਪਣੀ ਪੁਲਿਸ ਫੋਰਸ ਲੈ ਕੇ ਆਂਦੀ ਆ ਕਿ ਉਹ ਸਰੀ ਦੇ ਵਸਨੀਕਾਂ ਦੀ ਸੇਫਟੀ ਤੇ ਸਿਕਿਉਰਿਟੀ ਨੂੰ ਗਾਰਡ ਕਰ ਸਕਦੀ ਹੈ। ਬਿਲਕੁਲ ਇਸ ਲਾਇਕ ਹੈਗੀ ਕਿ ਨਹੀਂ ਹੈਗੀ, ਉਹ ਸਾਨੂੰ ਪੂਰੀ ਪਲਾਨ ਭੇਜੋ। ਬਿਲਕੁਲ। ਤੇ ਸਿਟੀ ਨੇ ਪਹਿਲਾਂ ਵੀ ਭੇਜੀ ਸੀ, ਹੁਣ ਬ੍ਰਿੰਡਾ ਲੋਕ ਨੇ ਜੀ ਆਰਸੀਐਮਪੀ ਦੇ ਹੱਕ ਦੇ ਵਿੱਚ ਭੇਜੀ ਸੀ। ਜੀ ਇਹਨਾਂ ਨੂੰ ਰਿਪੋਰਟ ਭੇਜਣੀ ਪੈਂਦੀ ਆ ਮਿਨਿਸਟਰੀ ਦੇ ਵਿੱਚ। ਜੀ ਜੀ ਤਾਂ ਮਿਨਿਸਟਰੀ ਵਾਲੇ ਫਿਰ ਫੈਸਲਾ ਕਰਦੇ ਆ ਕਿ ਕੀ ਇਹ ਰਿਪੋਰਟ ਠੀਕ ਆ ਜਾਂ ਗਲਤ ਆ, ਜਾਂ ਉਹਨਾਂ ਦੀ ਆਪਣੀ ਇਨਪੁਟ ਹੁੰਦੀ ਆ। ਜਿਵੇਂ ਇਹਨਾਂ ਨੇ ਕਿਹਾ ਆਰਸੀਐਮਪੀ ਨੂੰ ਅਸੀਂ, ਹਾਲਾਂਕਿ ਉਹ ਹੱਕ ਦੇ ਵਿੱਚ ਤਾਂ ਪਹਿਲਾਂ ਸਰੀ ਪੁਲਿਸ ਦੇ ਹੱਕ ਦਾ ਫੈਸਲਾ ਕਰਕੇ ਹਟੇ। ਜੀ ਉਹਨਾਂ ਨੇ ਰੀਜ਼ਨ ਦਿੱਤੇ ਸੀ ਵੀ ਅਸੀਂ ਕਿਉਂ ਇਹ ਫੈਸਲਾ ਕਰਨ ਲੱਗੇ ਆ। ਬਿਲਕੁਲ। ਇਹਦੇ ਵਿੱਚ ਆਰਸੀਐਮਪੀ ਦੇ ਵਿੱਚ ਕਿਹੜੀਆਂ ਘਾਟਾਂ ਆ ਜਿਹੜੀਆਂ ਅਸੀਂ ਸਮਝਦੇ ਆ ਕਿ ਆਰਸੀਐਮਪੀ ਠੀਕ ਤਰ੍ਹਾਂ ਦੀ ਪੁਲਿਸ ਫੋਰਸ ਨਹੀਂ ਕੰਮ ਕਰ ਨਹੀਂ ਆ ਸੇਫਟੀ ਤੇ ਸਿਕਿਉਰਿਟੀ ਦੇ ਵਿਊ ਪੁਆਇੰਟ ਤੋਂ। ਜੀ ਅੱਛਾ, ਹੋ ਗਿਆ ਸਾਰਾ ਕੁਝ ਤੇ ਹੁਣ ਫੈਸਲਾ ਕਰਨਾ ਚਾਹੀਦਾ ਸੀ। ਉਹਨਾਂ ਨੇ $150 ਮਿਲੀਅਨ ਵੀ ਦਿੱਤਾ ਨਾਲ, ਪਰ 72 ਮਿਲੀਅਨ ਤਾਂ ਸਾਡਾ ਖਰਚ ਹੋ ਚੁੱਕਾ ਪਹਿਲਾਂ ਹੀ, ਕਿਉਂਕਿ ਦੋ ਪੁਲਿਸ ਫੋਰਸ ਸੀ ਸਾਡੇ। $8 ਮਿਲੀਅਨ ਸਾਨੂੰ ਮਹੀਨੇ ਦਾ ਖਰਚਾ ਪੈਂਦਾ ਸੀ ਦੋ ਪੁਲਿਸ ਫੋਰਸ ਦਾ, ਵਾਧੂ ਜੀ ਜੀ ਜਿੰਨਾ ਹੋਣਾ ਚਾਹੀਦਾ। ਜੀ ਜੀ ਤੇ 150 ਦਿੱਤਾ ਆ ਵੀ ਅਗਲੀ ਵਾਰ ਨੂੰ ਜਦੋਂ ਸਾਡੇ ਐਮਐਲਏ ਖੜੇ ਹੋਣਗੇ, ਇਲੈਕਸ਼ਨ ਲੜਨਗੇ, ਤੇ ਫਿਰ ਇਲੈਕਸ਼ਨ 'ਚ ਕਹਿਣ ਜੋਗੇ ਹੋਣਗੇ ਵੀ ਦੇਖ ਲਓ ਪੈਸੇ ਵੀ ਦਿੱਤੇ। ਸੋ 72 ਮਿਲੀਅਨ ਉਹ ਚੋਂ ਘਟਾ ਲਓ ਹੁਣ ਪਹਿਲਾਂ ਹੀ। ਬਿਲਕੁਲ ਬਿਲਕੁਲ। ਜਿਹੜਾ ਬਾਕੀ ਦਾ ਅੱਧੇ ਰਹਿ ਗਏ ਜੀ। ਬਾਕੀ ਦਾ ਰਹਿੰਦਾ ਉਹ ਤੁਸੀਂ ਪਰ ਕੈਪਟਾ ਦੇ ਹਿਸਾਬ ਨਾਲ ਦੇਖੋ ਕਿ ਸਰੀ ਉਹ ਖੇਤਾ ਆ ਜਿੱਥੇ ਐਜੂਕੇਸ਼ਨ 'ਚ ਪਰ ਕੈਪਟਾ ਸਭ ਤੋਂ ਘੱਟ ਖਰਚਾ ਹੁੰਦਾ, ਜਿੱਥੇ ਮੈਡੀਕਲ ਸਰਵਿਸਿਜ਼ ਜਿਹੜੀਆਂ ਹੈਲਥ ਸਰਵਿਸਿਜ਼ ਆ ਉਹਦੇ ਵਿੱਚ ਪਰ ਕੈਪਟਾ ਸਭ ਤੋਂ ਘੱਟ ਖਰਚਾ ਹੁੰਦਾ ਹੈ। ਤੇ ਹੁਣ ਤੁਸੀਂ ਦੇਖ ਲਓ ਪੁਲਿਸ ਦੇ ਵਿੱਚ ਸਾਨੂੰ ਘਾਟਾ ਪੈ ਰਿਹਾ, ਸਾਡੇ ਤੇ ਟੈਕਸ ਸਾਰਿਆਂ ਨਾਲੋਂ ਜ਼ਿਆਦਾ ਹੋ ਰਿਹਾ ਹੈ, ਕਿਉਂਕਿ ਪਿਛਲੇ ਮੇਅਰ ਨੇ ਆਪਣੀ ਪੁਲਿਸ ਫੋਰਸ ਲੈਣ ਦੀ, ਇਹਨਾਂ ਨੇ ਆਪਣੀ ਲੈਣ ਦੀ। ਇਹ ਪੈਸੇ ਤਾਂ ਇਹਨਾਂ ਦੇ ਸਰੀ ਦੇ ਟੈਕਸ ਪੇਅਰ ਦੇ ਰਹੇ ਹਨ। ਬਿਲਕੁਲ, ਚਾਹੇ ਚਾਕੂ ਖਰਬੂਜੇ ਤੇ ਵੱਜੇ, ਖਰਬੂਜਾ ਚਾਕੂ ਤੇ ਵੱਜੇ, ਕੱਟਿਆ ਤਾਂ ਖਰਬੂਜੇ ਨੇ। ਹੁਣ ਮੇਅਰ ਨੇ ਪਤਾ ਆ ਕਿ ਆਰਡਰ ਦੇਤਾ, ਹੁਣ ਪਹਿਲਾਂ ਤਾਂ ਚੁਆਇਸ ਦਿੱਤੀ ਸੀ। ਜੀ ਜੀ ਚੁਆਇਸ ਵੀ ਇਹ ਸੀ ਵੀ ਤੁਸੀਂ ਚੁਣੋ ਸਰੀ ਦੀ ਪੁਲਿਸ ਹੀ, ਪਰ ਆਰਸੀਐਮਪੀ ਦਾ ਕਾਲਾ ਕੀਤਾ ਸੀ ਉਹਨਾਂ ਨੇ। ਜੀ ਜੀ ਜਿਹੜੀ ਰਿਪੋਰਟ ਦਿੱਤੀ ਸੀ ਉਹ ਬੇਸਿਕਲੀ ਜਿਹੜੀ ਚੀਜ਼ ਆਰਸੀਐਮਪੀ ਦੇ ਖਿਲਾਫ ਲਿਖੀ ਸੀ ਉਹਨੂੰ ਕਾਲਾ ਕੀਤਾ ਸੀ। ਤੇ ਉਹ ਕਹਿੰਦੇ ਸੀ ਅਸੀਂ ਤੁਹਾਨੂੰ origignal ਦੇ ਸਕਦੇ ਹਾਂ ਰਿਪੋਰਟ ਜੇ ਤੁਸੀਂ ਦੱਸਣਾ ਨਹੀਂ ਕਿਸੇ ਨੂੰ, ਸਾਡੇ ਨਾਲ ਇਹ ਸਾਈਨ ਕਰੋ ਜੀ ਵੀ ਡਿਸਕਲੋਜ਼ ਨਾ ਕਰੋਗੇ ਕਿਸੇ ਤੋਂ। ਤੇ ਮੇਅਰ ਨੇ ਕਿਹਾ ਵੀ ਇਦਾਂ ਸੰਭਵ ਹੀ ਨਹੀਂ, ਅਸੰਭਵ ਗੱਲ ਹੈ ਵੀ ਹੋ ਸਕਦਾ ਇਹਦੇ ਵਿੱਚ ਇਦਾਂ ਦੀ ਗੱਲ ਹੋਵੇ ਜਿਹੜੀ ਸਾਨੂੰ ਕਿਸੇ ਨਾਲ ਸ਼ੇਅਰ ਕਰਨੀ ਪਵੇ। ਬਿਲਕੁਲ। ਤੇ ਉਹ ਇਹਨਾਂ ਨੇ ਸਾਈਨ ਨਹੀਂ ਕੀਤੇ। ਉਹਨਾਂ ਨੇ ਫਿਰ ਹੁਣ ਹੁਕਮ ਦੇ ਦਿੱਤਾ, ਹੁਕਮ ਜਿਹੜਾ ਕਿ ਅੱਜ ਤੋਂ 9 ਮਹੀਨੇ ਪਹਿਲਾਂ ਹੀ ਦੇ ਦੇਣਾ ਚਾਹੀਦਾ ਸੀ। ਤੇ ਨਾਲ ਇਹ ਵੀ ਵਾਅਦਾ ਕੀਤਾ ਵੀ ਇਹਦੇ ਵਿੱਚ ਐਕਚੁਅਲੀ ਲੈਜਿਸਲੇਸ਼ਨ ਲੈ ਕੇ ਆਵਾਂਗੇ ਜਿਹੜੀ ਕਿ ਪਿਛਲੀ ਵਾਰੀ ਲਿਆਉਣੀ ਚਾਹੀਦੀ ਸੀ, ਜਦੋਂ ਪਿਛਲੀ ਵਾਰੀ ਸਰੀ ਪੁਲਿਸ ਨੂੰ ਇਹਨਾਂ ਨੇ ਹਾਂ ਕੀਤੀ ਸੀ ਜੀ, ਚਾਹੇ ਉਹ ਅਮੈਂਡਮੈਂਟ ਦੇ ਤੌਰ ਤੇ ਹੋਵੇ ਪੁਲਿਸ ਐਕਟ ਨੂੰ ਜਾਂ ਨਵੀਂ ਲੈਜਿਸਲੇਸ਼ਨ ਹੋਵੇ। ਉਹ ਤਾਂ ਖਰੜਾ ਆਏ ਤੇ ਪਤਾ ਲੱਗੂਗਾ ਸਾਨੂੰ ਵੀ ਕਿੱਦਾਂ ਦੀ ਹੋਣੀ ਹੈ। ਇਹ ਫਾਰਨ ਵਰਥ ਨੇ ਕੱਲ ਇਹ ਵੀ ਕਿਹਾ ਸੀ ਵੀ ਅਸੀਂ ਲੈਜਿਸਲੇਸ਼ਨ ਲੈ ਕੇ ਆਵਾਂਗੇ। ਜੀ ਬਿਲਕੁਲ। ਕਦੋਂ ਲੈ ਕੇ ਆਉਣਗੇ? ਜਿੱਦਾਂ ਹੁਣ ਪਿਛਲਾ ਫੈਸਲਾ ਕੀਤਾ ਸੀ ਵੀ ਕਈ ਮਹੀਨੇ ਲਾ ਕੇ ਲੈ ਕੇ ਆਉਣਗੇ, ਹੁਣੇ ਲੈ ਕੇ ਆਉਣਗੇ, ਪਤਾ ਕੋਈ ਨਹੀਂ। ਇਸ ਫੈਸਲੇ 'ਚ 8 ਮਹੀਨੇ ਲਾਤੇ ਜੀ ਇਹਨਾਂ ਨੇ।
ਨੌਵਾਂ ਆ ਗਿਆ, ਨੌਵਾਂ ਚੱਲ ਜੀ ਪਿਆ। ਖਤਮ ਹੋਇਆ। ਤੁਸੀਂ ਦੇਖੋ ਕਿ ਫਿਰ ਉਧਰੋਂ ਮੇਅਰ ਕਹਿ ਰਹੀ ਹੈ ਕਿ ਅਸੀਂ ਲੀਗਲ ਚੈਲੰਜ ਕਰਾਂਗੇ ਉਹਨੂੰ। ਬਿਲਕੁਲ ਉਹਨਾਂ ਦੇ ਕੋਲ ਲੀਗਲ ਚੈਲੰਜ ਦੇ ਆਪਸ਼ਨ ਕਿਹੜੀ ਆ? ਨੰਬਰ 1 ਜਿਹੜੀ ਸੰਵਿਧਾਨਕ ਤੌਰ ਤੇ ਉਹ ਤਾਂ ਹੈਗੀ ਹੈ BC ਸਰਕਾਰ, ਜੀ, ਉਹ ਜੋ ਮਰਜ਼ੀ ਕਰੇ। ਉਹ ਕੱਲ ਨੂੰ ਜੇ ਕਹੇ ਵੀ ਸਰੀ ਦੀ ਜਿਹੜੀ ਅਸੀਂ ਨਾਂ ਬਦਲ ਕੇ ਐਪੀਸੋਡ ਰੱਖ ਦੇਣਾ, ਐਪੀਸੋਡ ਦਾ ਨਾਂ ਰੱਖ ਕੇ ਸਰੀ ਰੱਖ ਦੇਣਾ, ਦੇ ਕੈਨ ਡੂ ਇਟ। ਜੀ, ਸਰੀ ਤੇ ਡੈਲਟਾ ਇਕੱਠੇ ਹੋ ਜਾਣ, ਉਹ ਕਰ ਸਕਦੇ ਆ। ਸਰੀ ਡੈਲਟਾ ਤੇ ਲੈਂਗਲੀ ਇਕੱਠੇ ਹੋ ਜਾਣ, ਉਹ ਕਰ ਸਕਦੇ ਆ। ਜੀ, ਉਹਨਾਂ ਦੇ ਕੋਲ ਕੁਝ ਪਾਵਰ, ਅਧਿਕਾਰ ਖੇਤਰ ਹੈਗੇ। ਅਧਿਕਾਰ ਖੇਤਰ ਆ ਉਹਨਾਂ ਦੇ ਕੋਲ। ਹੁਣ ਇਸ ਫੈਸਲੇ ਦੇ ਖਿਲਾਫ ਤੁਸੀਂ ਅਪੀਲ ਨਹੀਂ ਕਰ ਸਕਦੇ। ਜੀ, ਜੇ ਤੁਸੀਂ ਅਪੀਲ ਕਰ ਸਕਦੇ ਤਾਂ ਜੁਡੀਸ਼ੀਅਲ ਰਿਵਿਊ ਕਰਾ ਸਕਦੇ ਆ ਸੁਪਰੀਮ ਕੋਰਟ ਦੇ ਵਿੱਚ। ਉਹ ਇਸ ਗੱਲ ਤੇ ਹੋਊਗਾ ਕਿ ਜਿਹੜਾ ਇਹ ਫੈਸਲਾ ਲਿਆ ਆ ਉਹਦੇ ਵਿੱਚ ਕੋਈ ਟੈਕਨੀਕਲ ਇਸ਼ੂ ਆ, ਜੀ, ਜਿਹੜਾ ਲਾਅ ਦੀ ਇਸ਼ੂ ਹੋਵੇ, ਜਾਂ ਇਹਨਾਂ ਨੇ ਸਾਡੇ ਜਿਹੜੇ ਅਸੀਂ ਰਿਪੋਰਟ ਦਿੱਤੀ ਸੀ ਕਹਿੰਦਾ ਇਹਨਾਂ ਨੇ ਉਹ ਆ ਗੱਲਾਂ ਜਿਹੜੀਆਂ ਨਜ਼ਰਅੰਦਾਜ਼ ਕੀਤੀਆਂ ਤੇ ਇਟਸ ਅ ਟਾਲ ਆਰਡਰ। ਕੋਈ ਛੋਟੀ ਗੱਲ ਨਹੀਂ ਹੈ ਚੈਲੰਜ ਕਰਨਾ। ਜੁਡੀਸ਼ੀਅਲ ਰਿਵਿਊ ਜਦੋਂ ਵੀ ਕਰਾਉਣਾ ਹੋਵੇ ਤਾਂ ਬੜਾ ਔਖਾ ਹੁੰਦਾ। ਜੀ, ਜੀ, ਇੰਨਾ ਨੁਕਤਾ ਲੱਭਣਾ ਉਹ ਬੜਾ ਖੋਜਣਾ ਪੈਂਦਾ, ਬੜੇ ਲਾਇਰਸ ਦੀ ਟੀਮ ਲੱਗਦੀ ਆ। ਜੇ ਮੇਅਰ ਬਜ਼ਿੱਦ ਹੈਗੀ ਆ ਇਹ ਕਰੂਗੀ ਵੀ ਤਾਂ ਉਹ ਇਹਦਾ ਮਤਲਬ ਲਾਇਰਸ ਦਾ ਖਰਚਾ ਸਿਟੀ ਆਫ ਸਰੀ ਦੇ ਰੈਜ਼ੀਡੈਂਟਸ ਤੇ ਹੋਰ ਜ਼ਿਆਦਾ ਪਊਗਾ, ਇੱਕ ਹੋਰ ਬੋਝ ਹੋ ਜਾਊ। ਹਾਂ, ਇਹਨਾਂ ਦੇ ਫਰੈਂਡਸ ਆ, ਇਹਨਾਂ ਦੇ ਦੋਸਤ ਆ ਜਿਨ੍ਹਾਂ ਨੇ ਲਾਇਰਸ ਨੇ ਇਹਨਾਂ ਨੂੰ ਪੈਸੇ ਦਿੱਤੇ ਹੋਣੇ ਆ। ਇੱਕ ਤਰੀਕਾ ਪੋਲੀਟੀਸ਼ੀਅਨਸ ਦਾ ਆਪਣੇ ਜਿਹੜੇ ਲਾਅ ਪ੍ਰੈਕਟਿਸ ਕਰਦੇ ਫਰੈਂਡਸ ਉਹਨਾਂ ਨੂੰ ਰਿਟਰਨ ਕਰਨ ਦਾ ਇਹ ਵੀ ਹੁੰਦਾ ਆ ਕਿ ਜਦੋਂ ਅਸੀਂ ਚੁਣੇ ਜਾਵਾਂਗੇ ਅਸੀਂ ਤੁਹਾਨੂੰ ਸਰਕਾਰੀ ਕੇਸ ਦੇਵਾਂਗੇ। ਬਿਲਕੁਲ, ਸਰਕਾਰੀ ਕੇਸ ਜਿਹਦਾ ਪਤਾ ਹੀ ਹੁੰਦਾ ਆ, ਸਾਰਿਆਂ ਨੂੰ ਪਤਾ ਹੁੰਦਾ, ਜਿਹੜਾ ਭਾਵੇਂ ਵਕੀਲ ਹੈ ਚਾਹੇ ਨਹੀਂ ਹੈ ਉਹਨੂੰ ਪਤਾ ਹੁੰਦਾ ਵੀ ਹਾਰ ਜਾਣਾ ਇਹਨਾਂ ਨੇ, ਪਰ ਫੇਰ ਵੀ ਉਹ ਕਰਨਗੇ। ਜੀ, ਇਸ ਗੱਲ ਤੇ ਉਹ ਬਜੇਦ ਹੁੰਦੇ ਆ। ਗੱਲ ਤਾਂ ਹੈਗੀ ਆ ਵੀ ਉਹਨਾਂ ਨੂੰ ਪੈਸੇ ਦੇਣੇ ਆ ਕਿਸੇ ਤਰੀਕੇ ਨਾਲ। ਬਿਲਕੁਲ, ਬਿਲਕੁਲ। ਤੇ ਇਹ ਜੁਡੀਸ਼ੀਅਲ ਰਿਵਿਊ ਕੀ ਕਰਾਉਂਦੇ ਆ ਜਾਂ ਨਹੀਂ ਕਰਾਉਂਦੇ ਆ, ਅਜੇ ਤਾਂ ਇੰਨਾ ਹੀ ਕਿਹਾ ਕਿ ਲੀਗਲ ਐਕਸ਼ਨ ਅਸੀਂ ਕਰਾਂਗੇ। ਕਦੋਂ ਨੂੰ ਕਰਨਗੇ, ਕਿੱਦਾਂ ਕਰਨਗੇ, ਕਿਹੜਾ ਨੁਕਤਾ ਹੈ ਇਹਨਾਂ ਦੇ ਕੋਲ ਜਿਹਦੇ ਵਿੱਚ ਉਹ ਚੈਲੰਜ ਕਰਨਗੇ। ਪਰ ਇਸ ਵੇਲੇ ਅੱਜ ਸਰੀ ਪੁਲਿਸ ਫੋਰਸ ਵਾਲੇ ਜਿੱਤ ਗਏ। ਜੀ, ਸਰੀ ਪੁਲਿਸ ਫੋਰਸ ਦੀ ਹਲੇ ਪਰਸੋਂ ਹੀ ਇਹਨਾਂ ਨੇ ਮੰਡੇ ਰਾਤ ਨੂੰ ਇਹਨਾਂ ਦੀ ਮੀਟਿੰਗ ਹੋਈ ਆ ਦੂਜੀ ਕੌਂਸਲ ਦੀ। ਜੀ, ਉਦੋਂ ਥੋੜੀ ਇਦਾਂ ਕੀ ਕਹਿੰਦੇ ਪਤਾ ਜਿਹਾ ਲੱਗ ਗਿਆ ਅੰਦਰੋਂ ਅੰਦਰੀ ਵੀ ਸਰੀ ਪੁਲਿਸ ਦੇ ਹੱਕ ਦੇ ਵਿੱਚ ਫੈਸਲਾ ਹੋ ਜਾਣਾ। ਫਿਰ RCMP ਵਾਲਿਆਂ ਨੇ ਓਵਰਨਾਈਟ ਹੀ ਇਹਨਾਂ ਨੂੰ ਜਿੰਨੇ ਸਿਟੀ ਆਫ ਸਰੀ ਦੇ ਪੁਲਿਸ ਫੋਰਸ ਸੀ ਉਹਨਾਂ ਨੂੰ ਇੱਕ ਲਾਲਚ ਦਿੱਤਾ $1000 ਦਾ ਵੀ ਜੇ ਤੁਸੀਂ ਇਹਨੂੰ ਛੱਡ ਕੇ ਇੱਧਰ ਆ ਜਾਓ। ਉਹ ਕੋਸ਼ਿਸ਼ ਕੀਤੀ ਸੀ, ਇੱਕ ਟੈਕਟਿਕ ਸੀ, ਇੱਕ ਦਾਅ ਪੇਚ ਸੀ ਵੀ ਜੇ ਇੱਕਦਮ ਹੀ ਅਸੀਂ ਸ਼ੋਅ ਕਰ ਦਈਏ ਵੀ ਦੇਖੋ ਸਰੀ ਪੁਲਿਸ ਤਾਂ ਖਤਮ ਹੀ ਆ, ਇਹ ਤਾਂ ਬੰਦੇ ਨੱਠੇ ਫਿਰਦੇ ਤਾਂ ਸਾਨੂੰ ਜੁਆਇਨ ਕਰ ਗਏ, ਤੁਸੀਂ ਸਾਡੇ ਤੇ ਵੱਡਾ ਇਲਜ਼ਾਮ ਆ। ਬਿਲਕੁਲ, ਵੱਡਾ ਇਲਜ਼ਾਮ ਜਿਹੜਾ RCMP ਤੇ ਲੱਗਦਾ ਸੀ ਅੱਜ ਤਾਈਂ ਵੀ ਇਹਨਾਂ ਦੇ ਕੋਲ BC ਦੇ ਵਿੱਚ 1500 ਵੇਕੈਂਸੀਜ਼ ਖਾਲੀ ਪਈਆਂ। ਬਿਲਕੁਲ ਜੀ। ਤੇ ਜਿਹੜੀ ਪੁਲਿਸ ਫੋਰਸ ਨੂੰ ਜੁਆਇਨ ਹੀ ਨਹੀਂ ਕਰ ਰਿਹਾ, ਜਿਨ੍ਹਾਂ ਦੇ ਕੋਲ ਫੁੱਲ ਸਟਰੈਂਥ ਨਹੀਂ ਆ, ਉਹਨਾਂ ਨੂੰ ਕਿਉਂ ਇੱਥੇ ਰੱਖਣਾ ਹੈ? ਹਾਂ, ਬਿਲਕੁਲ। ਇਹ ਸਭ ਤੋਂ ਮਤਲਬ ਜੇ ਮਾਈਨਸ ਪੁਆਇੰਟ ਗਿਆ ਨਾ, ਇਹ ਨੈਗੇਟਿਵ ਪੁਆਇੰਟ ਸੀ ਇਹਨਾਂ ਦਾ। ਬਿਲਕੁਲ, ਬਿਲਕੁਲ। ਤੇ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਮੇਅਰ ਨੇ ਕਹਿਤਾ ਹੋਣਾ ਵੀ ਪੈਸੇ ਦੇ ਦੇਵਾਂਗੇ, ਕੋਈ ਗੱਲ ਨਹੀਂ, ਕਿਉਂਕਿ ਜਿਹੜਾ ਬਜਟ ਤਾਂ ਉਹ ਸਿਟੀ ਆਫ ਸਰੀ ਦੇ ਵਿੱਚੋਂ ਆਉਂਦਾ ਨਾ। ਬਿਲਕੁਲ, ਬਿਲਕੁਲ। ਤੇ ਸਿਟੀ ਆਫ ਸਰੀ ਨੇ ਕੋਸ਼ਿਸ਼ ਕੀਤੀ ਕਿ ਪੈਸੇ ਦੇ ਕੇ RCMP ਨੂੰ ਵੀ ਤੁਸੀਂ ਜੇ ਲਾਲਚ ਦਿਓ ਇਹਨਾਂ ਨੂੰ, ਪਰ ਕੋਈ ਗਿਆ ਨਹੀਂ। ਅੰਦਰੋਂ ਖੱਤੀ ਕਿਸੇ ਨੇ ਗੱਲ ਕੀਤੀ ਹੋਈ, ਉਹਦੀ ਖਬਰ ਨਹੀਂ ਆਈ। ਬਿਲਕੁਲ, ਕਿ ਕੋਈ ਜੇ ਤੁਸੀਂ 50-60 ਬੰਦੇ ਇੱਕਦਮ ਹੀ ਚੱਲ ਜਾਂਦੇ, ਫਿਰ ਇਹਨਾਂ ਦੇ ਕੋਲ ਇੱਕ ਆਰਗੂਮੈਂਟ ਸੀਗੀ, ਜਸਟੀਫਾਈ ਹੁੰਦੀ ਸੀ ਗੱਲ ਉਹਨਾਂ ਦੀ। ਤੁਸੀਂ ਇਹੀ ਗੱਲ ਕਹਿੰਦੇ ਆ ਵੀ ਸਾਡੇ ਕੋਲ ਬੰਦੇ ਹੈ ਨਹੀਂ, ਇਹਨਾਂ ਕੋਲ ਬੰਦੇ ਹੈ ਨਹੀਂ, ਇਹਨਾਂ ਨੂੰ ਜੁਆਇਨ ਕਰਦੇ ਆ, ਸਾਡੇ ਵੱਲ ਆ ਗਏ। ਜੀ ਡਾਕਟਰ ਸਾਹਿਬ, ਇੱਕ ਇਹਦੇ ਨਾਲ ਹੋਰ ਵੀ ਤਾਂ ਹੈ ਨਾ ਜੀ, ਹੁਣ ਕਿਉਂਕਿ ਜੇ ਇਹ ਚੈਲੰਜ ਕਰ ਦਿੰਦੇ ਆ ਮੇਅਰ ਤਾਂ ਫਿਰ ਗੱਲ ਲਮਕੂਗੀ, ਕਿਉਂਕਿ ਉਹਨਾਂ ਚਿਰ ਪ੍ਰੋਸੈਸਿੰਗ ਰੁਕ ਜਾਣੀ ਹੈ ਸਰੀ ਪੁਲਿਸ ਵਾਲੀ। ਨਹੀਂ, ਪੁਲਿਸ ਪ੍ਰੋਸੈਸਿੰਗ ਨਹੀਂ ਰੁਕ ਸਕਦੀ ਜੀ, ਉਹ ਤੇ ਪਹਿਲਾਂ ਹੀ ਫੈਸਲਾ ਹੋ ਚੁੱਕਾ ਹੈ ਜੀ। ਜਿੱਦਾਂ ਵਿਕਟੋਰੀਆ ਨੇ ਕਿਹਾ ਕਿ RCMP ਨੂੰ ਖਤਮ ਕਰੋ, ਸਰੀ ਪੁਲਿਸ ਦੇ ਵਿੱਚ ਟ੍ਰਾਂਜੀਸ਼ਨ ਹੋਵੇ, ਉਹ ਚੱਲਦੀ ਰਹਿਣੀ ਹੈ ਜੀ।
ਰੁਕ ਸਕਦੀ ਹੈ ਜੇ ਸੁਪਰੀਮ ਕੋਰਟ ਇਹਨਾਂ ਦੇ ਹੱਕ ਦੇ ਵਿੱਚ ਫੈਸਲਾ ਦੇ ਦੇਵੇ ਜੀ, ਵੀ ਆਰਸੀਐਮਪੀ ਦੇ ਹੱਕ ਦੇ ਵਿੱਚ ਫੈਸਲਾ ਦੇਵੇ, ਨਹੀਂ ਤਾਂ ਟ੍ਰਾਂਜੀਸ਼ਨ ਨਹੀਂ ਰੁਕਦੀ। ਨਹੀਂ ਰੁਕਦੀ। ਕਿਉਂਕਿ ਵਿਕਟੋਰੀਆ ਦਾ ਫੈਸਲਾ ਜਿਹੜਾ ਉਹ ਫਾਈਨਲ ਆ ਫੈਸਲਾ। ਜੀ ਜੀ। ਹੁਣ ਉਹਨੂੰ ਕਿਸ ਤਰੀਕੇ ਦੇ ਨਾਲ ਰੋਕਣਗੇ, ਕਿਹੜਾ ਜੁਡੀਸ਼ੀਅਲ ਰਿਵਿਊ ਆ ਜਿਹਦਾ ਜਿਹੜਾ ਨੁਕਤਾ ਇਹਨਾਂ ਦੇ ਕੋਲ ਆ, ਜਿਹੜਾ ਮੇਅਰ ਨੂੰ ਪਤਾ ਆ ਹੋਰ ਕਿਸੇ ਨੂੰ ਨਹੀਂ ਪਤਾ, ਜੀ, ਇਹ ਦੇਖਣ ਵਾਲੀ ਗੱਲ ਹੈ। ਬਿਲਕੁਲ ਜੀ। ਸੋ ਡਾਕਟਰ ਸਾਹਿਬ, ਬੀਸੀ ਦੇ ਪੋਰਟ ਵਰਕਰਾਂ ਦੀ ਜਿਹੜੀ ਹੜਤਾਲ ਸੀਗੀ ਉਹਦੇ ਸਬੰਧ ਵਿੱਚ ਹਾਲਾਤ ਬੜੀ ਤੇਜ਼ੀ ਨਾਲ ਜਿਹੜੇ ਆ ਉਹ ਬਦਲ ਰਹੇ ਆ। EMPLOYEES ਨਾਲ ਹੋਇਆ ਸਮਝੌਤਾ ਰੱਦ ਕਰਕੇ ਇਹ ਪਿਛਲੇ ਦਿਨੀ ਇਹਨਾਂ ਨੇ ਹੜਤਾਲ ਜਿਹੜੀ ਹੈ ਉਹ ਫਿਰ ਹੜਤਾਲ ਤੇ ਚਲੇ ਗਏ ਸੀ। ਲੇਬਰ ਮਿਨਿਸਟਰ ਨੇ ਉਹ ਹੜਤਾਲ ਨੂੰ ਗੈਰ ਕਾਨੂੰਨੀ ਕਰਾਰ ਦਿੱਤਾ। ਇਹਨਾਂ ਨੇ ਫਿਰ ਇੱਕ ਨਵਾਂ ਨੋਟਿਸ ਦਿੱਤਾ ਸੀਗਾ ਕਿ ਅਸੀਂ ਸ਼ਨੀਵਾਰ ਤੋਂ ਹੜਤਾਲ ਤੇ ਜਾਵਾਂਗੇ। ਹੁਣ ਜਿਹੜੀਆਂ ਨਵੀਆਂ ਖਬਰਾਂ ਆਈਆਂ ਉਹਦੇ ਮੁਤਾਬਕ ਇਹ ਆ ਵੀ ਕਿ ਉਹ ਵੀ ਜਿਹੜਾ ਨੋਟਿਸ ਇਹਨਾਂ ਨੇ ਵਾਪਸ ਲੈ ਲਿਆ ਜੀ। ਸੋ ਕਿਵੇਂ ਨਿਬੜੂਗੀ ਗੱਲ ਤੇ ਇਹ ਕਿੱਥੇ ਤੱਕ ਮਸਲਾ ਜਾਊਗਾ ਜੀ? ਦੇਖੋ, ਇਹਨਾਂ ਨੂੰ ਪਹਿਲਾਂ ਤਾਂ ਸਟ੍ਰਾਈਕ ਬੜੀ ਕਾਸਟਲੀ ਆ ਵੈਸੇ ਵੀ ਜੀ। ਤੁਸੀਂ ਕੈਨੇਡਾ ਦੀ 25% ਟ੍ਰੇਡ ਜਿਹੜਾ ਇਥੋਂ ਵੈਨਕੂਵਰ ਤੋਂ ਹੁੰਦਾ ਸਾਡੇ, ਜੀ ਜੀ, ਤੇ ਉਹਦੇ ਨਾਲ ਕੰਪਨੀਆਂ ਉਸੇ ਵੇਲੇ ਰੌਲਾ ਪਾਉਣ ਲੱਗ ਪਈਆਂ ਕਿ ਜਿਹੜੇ ਤੁਸੀਂ ਅੱਜ ਕੱਲ ਕੰਪੀਟੀਸ਼ਨ ਦੁਨੀਆ 'ਚ ਇੰਨਾ ਚੱਲਦਾ ਨਾ, ਜੇ ਕਸਟਮਰ ਨੂੰ ਅੱਜ ਤੁਸੀਂ ਚੀਜ਼ ਨਹੀਂ ਭੇਜਦੇ ਨਾ, ਉਹ ਕਿਸੇ ਹੋਰ ਤੋਂ ਮੰਗਾ ਲੈਂਦੇ ਆ ਤੇ ਮੁੜ ਕੇ ਵਾਪਸ ਨਹੀਂ ਆਉਂਦਾ ਤੁਹਾਡਾ ਕਸਟਮਰ। ਤੁਸੀਂ ਦੁਕਾਨ ਬੰਦ ਕਰਕੇ ਦੇਖ ਲਿਓ ਨਾ। ਜੀ ਜੀ। ਜੇ ਦੁਕਾਨ ਬੰਦ ਤੁਸੀਂ 2 ਦਿਨ ਕਰ ਦਿੱਤੀ, ਕਸਟਮਰ ਤੁਹਾਡੇ ਦੂਜਿਆਂ ਦੇ ਜਾਣ ਲੱਗ ਪਏ, ਉਹ ਮੁੜ ਕੇ ਨਹੀਂ ਆਉਣੇ। ਮੁੜ ਕੇ ਨਹੀਂ ਆਉਂਦੇ, ਬਿਲਕੁਲ ਜੀ। ਇਹ ਸਭ ਤੋਂ ਵੱਡਾ ਘਾਟਾ ਹੁੰਦਾ। ਫਿਰ ਉਹ ਰਿਲਾਇਬਿਲਟੀ ਨਹੀਂ ਰਹਿੰਦੀ ਉਹਨਾਂ ਦੀ। ਜੀ। ਫਿਰ ਤੁਸੀਂ ਬਾਹਰੋਂ ਚੀਜ਼ਾਂ ਮੰਗਵਾਉਂਦੇ ਆ ਜਿਨ੍ਹਾਂ ਦੀਆਂ ਕੀਮਤਾਂ ਵਧਣ ਲੱਗ ਪੈਂਦੀਆਂ ਇੱਕਦਮ। ਹੁਣ ਬਹੁਤ ਚਿਰ ਲੱਗਣਾ, ਉਹ ਕੀਮਤਾਂ ਤਾਂ ਕਈਆਂ ਦੀਆਂ ਆਲਰੇਡੀ ਵੱਧ ਗਈਆਂ ਹੋਣੀਆਂ, ਜਿਹੜੀਆਂ ਚੀਜ਼ਾਂ ਸਾਨੂੰ ਆਈਆਂ ਨਹੀਂ, ਜਿੰਨੀਆਂ ਵੇਅਰ ਹਾਊਸਸ ਦੇ ਵਿੱਚ ਪਈਆਂ ਹੁੰਦੀਆਂ, ਸਟੋਰਸ ਦੇ ਵਿੱਚ ਪਈਆਂ ਹੁੰਦੀਆਂ, ਉਹਨਾਂ ਨੂੰ ਵੀ ਮੌਕਾ ਲੱਗ ਜਾਂਦਾ ਜੀ ਕਿ ਹੁਣ ਕੀਮਤ ਵਧਾ ਦਿਓ, ਹੁਣ ਤਾਂ ਨਵੀਂ ਆ ਹੀ ਨਹੀਂ ਰਹੀ। ਉਦੋਂ ਬਾਅਦ ਇਹਨਾਂ ਨੇ ਮੀਡੀਏਟਰ ਦੇ ਨਾਲ ਕੰਪਰੋਮਾਈਜ਼ ਕੀਤੀ ਕਿ ਮੀਡੀਏਟਰ ਉਹ ਵੀ ਫੈਡਰਲ ਗਵਰਨਮੈਂਟ ਨੇ ਇਹਨਾਂ ਨੂੰ ਦੱਸਿਆ ਵੀ ਤੁਸੀਂ ਜਲਦੀ ਕਰੋ, ਇਸੇ ਕਰਕੇ ਨਾ ਕਰੋ ਵੀ ਬੀਸੀ ਦੇ ਵਿੱਚ ਐਨਡੀਪੀ ਜਿਹੜੀ ਯੂਨੀਅਨ ਦੀ ਪਾਰਟੀ ਆ, ਵੀ ਤੁਸੀਂ ਉਹਨਾਂ ਦੀ ਫੇਵਰ ਇਸ ਕਰਕੇ ਕਰਦੇ ਆ ਕਿ ਸਾਡੀ ਪਾਰਟੀ ਦੇ ਨਾਲ ਸੰਬੰਧ ਚੱਲਦੀ ਹੈ, ਇਹਨਾਂ ਨੂੰ ਵਾਪਸ ਭੇਜੋ ਕੰਮ ਤੇ ਕਿਉਂਕਿ ਬਿਜ਼ਨਸ ਬਹੁਤ ਹਰਟ ਹੋ ਰਿਹਾ। ਉਹਨਾਂ ਨੇ ਮੀਡੀਏਟਰ ਨੇ ਜਿਹੜੀ ਇਹਨਾਂ ਨੂੰ ਇੰਪੋਜ਼ ਕੀਤੀ ਸੈਟਲਮੈਂਟ, ਉਹ ਮਾੜੀ ਨਹੀਂ ਸੀ। 4 ਸਾਲਾਂ ਦਾ ਐਗਰੀਮੈਂਟ 19% ਤੋਂ ਉੱਪਰ ਦਿੱਤੇ ਉਹਨੇ ਵੇਜ, ਜਿਹੜਾ ਕਿ ਰੀਜ਼ਨੇਬਲ ਹੈ ਅੱਜ ਕੱਲ। ਜਿੱਦਾਂ ਜੀ ਬਿਲਕੁਲ ਹਾਲਾਤ ਵੀ ਦੇਖਣੇ ਪੈਂਦੇ, ਜਿਹੜੇ ਵੀ ਨੈਗੋਸ਼ੀਏਸ਼ਨ ਹੋ ਰਿਹਾ ਉਹਦੇ ਹਿਸਾਬ ਨਾਲ ਬਹੁਤ ਰੀਜ਼ਨੇਬਲ ਜੀ ਇਹਨਾਂ ਨੂੰ ਚੰਗੀ ਆਫਰ ਦਿੱਤੀ ਆ ਤੇ ਉਹਦੇ ਨਾਲ ਇਹਨਾਂ ਦੀ ਤਨਖਾਹਾਂ ਵਧੀਆਂ। ਤੇ ਜਿਹੜੀ ਵੱਡੀ ਗੱਲ ਕਰਦੇ ਸੀ ਕਿ ਅਸੀਂ ਚਾਹੁੰਦੇ ਆ ਕਿ ਆਟੋਮੇਸ਼ਨ ਨਾ ਹੋਵੇ, ਉਹ ਤੇ ਉਹਨਾਂ ਨੇ ਕੋਈ ਵਚਨਬੱਧਤਾ ਨਹੀਂ ਦਿੱਤੀ ਵੀ ਇਦਾਂ ਦੀ ਗੱਲ ਨਹੀਂ ਹੋਣੀ। ਪਰ ਨਾ ਹੀ ਸਰਕਾਰ ਦੀ ਇਹ ਹਾਲੇ ਜੋ ਵੀ ਜਿਹੜੀ ਉਹਨਾਂ ਦੀ ਆਟੋਮੇਸ਼ਨ ਚੱਲਦੀ ਆ ਕੋਈ ਇੰਨੀ ਫਾਸਟ ਨਹੀਂ ਚੱਲਦੀ ਬਈ ਥੋੜੇ ਚਿਰ ਦੇ ਵਿੱਚ ਬਹੁਤ ਹੌਲੀ ਹੌਲੀ ਲੱਗੇ ਆ। ਪਰ ਪ੍ਰੈਸ਼ਰ ਪੈ ਰਿਹਾ ਦੁਨੀਆ ਭਰ ਦੇ ਵਿੱਚੋਂ ਜੀ। ਜਦੋਂ ਤੁਸੀਂ ਕੰਪੀਟ ਕਰਦੇ ਆ ਨਾ, ਅੱਜ ਕੱਲ ਜਿਹੜਾ ਗਲੋਬਲ ਵਿਲੇਜ ਬਣ ਗਿਆ ਜੀ ਬਿਲਕੁਲ, ਉਹ ਗੱਲਾਂ ਗਈਆਂ ਵੀ ਜਦੋਂ ਇੱਕ ਪੋਰਟ ਦੂਜੀ ਪੋਰਟ ਦੇ ਨਾਲ ਕੋਈ ਕੰਪੀਟੀਸ਼ਨ ਨਹੀਂ ਸੀ ਉਹਨਾਂ ਦਾ, ਚੱਲੀ ਹੌਲੀ ਹੌਲੀ ਸ਼ਿਪ ਆਉਂਦੇ ਸੀ, ਹੌਲੀ ਹੌਲੀ ਉਹਨਾਂ ਨੂੰ ਲੋਡ ਕਰਦੇ ਹੁੰਦੇ ਸੀ। ਅੱਜ ਕੱਲ ਤਾਂ ਉਹ ਪੋਰਟਸ ਬਣੀਆਂ ਜਿਹੜੀਆਂ ਸਕਿੰਟਾਂ ਦੇ ਵਿੱਚ ਮਾਰਦੀਆਂ, ਉਹ ਇੱਕ ਸ਼ਿਪ ਖੜਾ ਕਰੋ, ਉਹ ਚ ਸਮਾਨ ਕੱਢਦੇ, ਉਦੋਂ ਹੀ ਲੱਦ ਦਿੰਦੇ ਹੋ। ਚਿੱਠੀਆਂ ਦਾ ਵੇਲਾ ਗਿਆ, ਹੁਣ ਤਾਂ ਟੈਲੀਫੋਨ ਤੇ ਹੁਣ ਤੁਸੀਂ ਫੋਟੋ ਆਉਂਦੀ ਹੈ ਤੇ ਇਹਨਾਂ ਨੇ ਐਕਸੈਪਟ ਕਰ ਲਈ ਵੈਸੇ ਯੂਨੀਅਨ ਨੇ ਪਹਿਲਾਂ ਐਕਸੈਪਟ ਕੀਤੀ। ਫਿਰ ਇੰਟਰਨਲੀ ਵੈਸੇ ਯੂਨੀਅਨ ਨਾਰਮਲੀ ਆਪਣੇ ਵਰਕਰਸ ਦੇ ਕੋਲੋਂ ਇੱਕ ਵੋਟ ਪਾਉਂਦੀ ਹੁੰਦੀ ਹੈ ਜੀ ਕਿ ਬਹੁਤੀ ਵਾਰੀ ਯੂਨੀਅਨ ਦੇ ਜਿਹੜੇ ਐਗਜ਼ੈਕਟਿਵ ਆ ਉਹ ਸਾਈਨ ਕਰੇ ਹੁੰਦੇ ਆ ਤੇ ਉਹਨਾਂ ਦੇ ਵਰਕਰਸ ਰਿਜੈਕਟ ਕਰ ਦਿੰਦੇ ਆ। ਪਰ ਇਹ ਯੂਨੀਅਨ ਨੇ ਖੁਦ ਹੀ ਰਿਜੈਕਟ ਕਰਤੀ ਬਾਅਦ ਦੇ ਵਿੱਚ ਇੰਟਰਨਲੀ, ਜਦੋਂ ਉਹਨਾਂ ਨੇ ਮੀਟਿੰਗ ਕੀਤੀ ਵੀ ਇਹ ਸਾਡੇ ਲਈ ਠੀਕ ਨਹੀਂ ਹੈ ਤੇ ਉਹਨਾਂ ਨੇ ਇੱਕਦਮ ਹੀ ਕਹਿਤਾ ਵੀ ਅਸੀਂ ਚੱਲੇ ਆ ਸਟ੍ਰਾਈਕ ਤੇ, ਜਿਹੜੀ ਕਿ ਗੈਰ ਕਾਨੂੰਨੀ ਸੀ। ਜਿਹਦਾ ਮਿਨਿਸਟਰ ਆਫ ਲੇਬਰ ਨੇ ਕਿਹਾ ਜੀ, ਉਹਨਾਂ ਨੇ ਕਿਹਾ ਕਿ ਜਿੰਨਾ ਚਿਰ ਤੁਸੀਂ 72 ਘੰਟੇ ਦਾ ਨੋਟਿਸ ਨਹੀਂ ਦਿੰਦੇ ਜੀ ਉਹਨਾਂ ਚਿਰ ਇਹ ਗੈਰ ਕਾਨੂੰਨੀ ਆ। ਸੋ ਗੈਰ ਕਾਨੂੰਨੀ ਤੋਂ ਫਿਰ ਹੁਣ ਯੂਨੀਅਨ ਵੀ ਕੰਬਦੀ ਆ ਕਿਉਂਕਿ ਫਿਰ ਸਰਕਾਰ ਡੰਡਾ ਲੈ ਕੇ ਵੀ ਆ ਜਾਂਦੀ ਹੈ ਨਾ ਵੀ ਜੇ ਤੁਸੀਂ ਨਹੀਂ ਜਾਂਦੇ। ਇਸ ਵੇਲੇ ਡੰਡਾ ਨਹੀਂ ਚੱਲ ਸਕਦਾ ਸੀ ਕਿਉਂਕਿ ਪਾਰਲੀਮੈਂਟ ਬੰਦ ਆ,
ਇੱਕਦਮ ਐਮਰਜੈਂਸੀ ਮੀਟਿੰਗ ਇਕੱਠੀ ਕਰਨੀ ਬੜੀ ਔਖੀ ਆ, ਹੂੰ, ਪਰ ਕੀਤੀ ਜਾ ਸਕਦੀ ਹੈ। ਖੈਰ ਐਮਪੀਜ਼ ਤਾਂ ਆ ਜਾਂਦੇ ਨੇ। ਆ ਜਾਂਦੇ ਬਿਲਕੁਲ। ਬੈਕ ਟੂ ਵਰਕ ਲੈਜਿਸਲੇਸ਼ਨ ਲਾਉਣੀ ਉਹ ਪਾਰਲੀਮੈਂਟ ਹੀ ਲਾ ਸਕਦੀ ਹੈ ਹੂੰ, ਕਿ ਤੁਸੀਂ ਜਾਓ ਕੰਮ ਤੇ, ਨੈਗੋਸ਼ੀਏਸ਼ਨਸ ਹੌਲੀ ਹੌਲੀ ਹੁੰਦੀਆਂ ਰਹਿਣਗੀਆਂ। ਮੋਦੀ ਵਾਂਗੂ ਇੱਥੇ ਆਰਡੀਨੈਂਸ ਨਹੀਂ ਜਾਰੀ ਹੁੰਦਾ ਜੀ? ਆਰਡੀਨੈਂਸ ਕਰ ਸਕਦੇ ਆ, ਪਰ ਆਰਡੀਨੈਂਸ ਦੇ ਵਿੱਚ ਇਹ ਪੰਗਾ ਹੁੰਦਾ ਕੋਈ ਜਦੋਂ ਵੀ ਪਾਰਲੀਮੈਂਟ ਬੈਠੇ ਜੀ, ਉਦੋਂ ਹੀ ਤੁਹਾਨੂੰ ਉਹ ਪਾਸ ਕਰਾਉਣਾ ਪੈਂਦਾ। ਚਲੋ ਪਾਸ ਕਰਾਉਣਾ ਪੈਂਦਾ। ਹੁਣ ਇਹ ਸਰਕਾਰ ਜਿਹੜੀ ਆ ਉਹ ਮਿਨੋਰਟੀ ਸਰਕਾਰ ਆ, ਹੂੰ, ਤੇ ਉਹਦੀ ਜਿਹੜੀ ਭਾਈਵਾਲ ਸਰਕਾਰ ਆ, ਪਾਰਟੀ ਆ, ਹੈ। ਜਿਹਦਾ ਕਰਕੇ ਇਹ ਬਚੀ ਹੋਈ ਸਰਕਾਰ ਆ, ਉਹ ਹੈਗੀ ਐਨਡੀਪੀ। ਐਨਡੀਪੀ ਕਦੇ ਨਹੀਂ ਚਾਹੁੰਦੀ ਵੀ ਤੁਸੀਂ ਬੈਕ ਟੂ ਵਰਕ ਲੈਜਿਸਲੇਸ਼ਨ ਲੈ ਕੇ ਆਓ। ਇਸ ਕਰਕੇ ਆਰਡੀਨੈਂਸ ਵੀ ਉਹਨਾਂ ਲਈ ਖਤਰੇ ਵਾਲੀ ਗੱਲ ਸੀ ਕਿ ਸਾਡੀ ਸਰਕਾਰ ਗਿਰ ਸਕਦੀ ਹੈ ਇਸ ਗੱਲ ਤੇ, ਕਿਉਂਕਿ ਹੁਣ ਤਾਂ ਆਰਡੀਨੈਂਸ ਲਾ ਦੋਗੇ, ਸਤੰਬਰ ਦੇ ਵਿੱਚ ਤਾਂ ਪਾਰਲੀਮੈਂਟ ਨੇ ਖੁੱਲ ਜਾਣਾ, ਫਿਰ ਉਹ ਪਾਰਲੀਮੈਂਟ ਦੇ ਵਿੱਚ ਤੁਹਾਨੂੰ ਬਿੱਲ ਲਿਆਉਣਾ ਹੀ ਪੈਂਦਾ, ਜਾਣਾ ਪੈਣਾ। ਉਸ ਵੇਲੇ ਤੁਹਾਡੀ ਸਰਕਾਰ ਗਿਰ ਜਵੇ ਤਾਂ ਫੇਰ ਕਰ ਸਕਦੇ। ਬਿਲਕੁਲ। ਪਰ ਯੂਨੀਅਨ ਨੂੰ ਵੀ ਪਤਾ ਲੱਗ ਗਿਆ ਕਿ ਹੁਣ ਸੀਰੀਅਸ ਇਸ਼ੂ ਆ, ਫਿਰ ਇਹਨਾਂ ਨੇ ਬਦਲ ਕੇ ਕਹਿਤਾ ਕਿ ਨਹੀਂ ਕੋਈ ਗੱਲ ਨਹੀਂ, 72 ਆਵਰ ਨੋਟਿਸ ਆ ਤਾਂ ਅਸੀਂ ਸ਼ਨੀਚਰਵਾਰ ਤੋਂ ਸਟ੍ਰਾਈਕ ਸ਼ੁਰੂ ਕਰ ਦੇਵਾਂਗੇ। ਉਸ ਵੇਲੇ ਵੀ ਮਿਨਿਸਟਰ ਆਫ ਲੇਬਰ ਨੇ ਕਿਹਾ ਕਿ ਕੋਈ ਗੱਲ ਨਹੀਂ, ਅਸੀਂ ਸਾਰੀਆਂ ਆਪਸ਼ਨਸ ਜਿਹੜੀਆਂ ਦੇਖਦੇ ਆ। ਪ੍ਰਾਈਮ ਮਿਨਿਸਟਰ ਨੇ ਵੀ ਮੀਟਿੰਗ ਕੀਤੀ ਆ। ਤੇ ਉਸ ਤੋਂ ਬਾਅਦ ਯੂਨੀਅਨ ਨੂੰ ਸ਼ਾਇਦ ਲੱਗਾ ਕਿ ਹੁਣ ਜਿਹੜਾ ਪਬਲਿਕ ਓਪੀਨੀਅਨ ਆ ਉਹ ਸਾਡੇ ਖਿਲਾਫ ਹੋ ਗਿਆ। ਬਿਲਕੁਲ ਜੀ। ਕਦੇ ਇੱਧਰ ਜਾਂਦੇ ਸੀ, ਕਦੇ ਉੱਧਰ ਜਾਂਦੇ ਸੀ, ਕਦੇ ਧੁੱਪ ਕਦੇ ਛਾਂ। ਉਹ ਜਦੋਂ ਪਬਲਿਕ ਓਪੀਨੀਅਨ ਤੁਹਾਡੇ ਨਾਲ ਨਾ ਰਵੇ ਤਾਂ ਉਦੋਂ ਬੀਸੀ ਸਰਕਾਰ ਨੇ ਵੀ ਦੱਸਿਆ ਹੋਣਾ ਵੀ ਭਾਈ ਅਸੀਂ ਕਿੰਨਾ ਕੁ ਚਿਰ ਤੁਹਾਡੀ ਬੈਕਿੰਗ ਕਰ ਸਕਦੇ ਹਾਂ। ਬਿਲਕੁਲ। ਪ੍ਰਭਾਵਿਤ ਤਾਂ ਲੋਕਾਂ ਨੇ ਹੋਣਾ ਨਾ ਜੀ। ਇੰਨਾ ਲੋਕੀ ਦੁਖੀ ਆ ਵੀ ਉਹਨਾਂ ਦੀਆਂ ਪ੍ਰਾਈਸਸ ਵਧੀ ਜਾਂਦੀਆਂ ਜਿਹੜੀਆਂ ਚੀਜ਼ਾਂ, ਤੇ ਬਿਜ਼ਨਸ ਵਾਲੇ ਦੁਖੀ ਆ ਵੀ ਸਾਡਾ ਸਮਾਨ ਇੱਥੋਂ ਜਾਂਦਾ ਨਹੀਂ, ਆਉਂਦਾ ਨਹੀਂ, ਤੇ ਜੇ ਇਦਾਂ ਹੀ ਰਿਹਾ ਤਾਂ ਅਸੀਂ ਤਾਂ ਕਸਟਮਰ ਲੂਜ਼ ਕਰ ਦਿਆਂਗੇ। ਬਿਲਕੁਲ। ਤੇ ਸਦਾ ਲਈ ਸਾਡਾ ਬਿਜ਼ਨਸ ਬੰਦ ਹੋ ਸਕਦਾ। ਸੋ ਫਿਰ ਅਖੀਰ ਦੇ ਵਿੱਚ ਯੂਨੀਅਨ ਨੇ ਕਹਿਤਾ ਕਿ ਨਹੀਂ, ਸ਼ਨੀਚਰਵਾਰ ਨੂੰ ਵੀ ਅਸੀਂ ਸਟ੍ਰਾਈਕ ਨਹੀਂ ਕਰਾਂਗੇ। ਹੁਣ ਲੇਟੈਸਟ ਇਹ ਹੀ ਆ ਜੀ। ਤੇ ਇਦੋਂ ਬਾਅਦ ਨੈਗੋਸ਼ੀਏਸ਼ਨਸ ਕਿੱਦਾਂ ਕਰਦੇ ਆ, ਉਹਨੂੰ ਅਪਗ੍ਰੇਡ ਕਰਦੇ ਕਿ ਉਹੀ ਐਕਸੈਪਟ ਕਰਦੇ ਆ, ਇਹ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਚੱਲੂਗਾ ਵੀ ਕਿਹੜੀ ਗੱਲ ਤੇ ਸਹਿਮਤ ਹੁੰਦੇ ਆ, ਕਿਹੜੀ ਤੇ ਨਹੀਂ ਸਹਿਮਤ ਹੁੰਦੇ। ਬਿਲਕੁਲ ਜੀ। ਸੋ ਡਾਕਟਰ ਸਾਹਿਬ, ਅਗਲੀ ਖਬਰ ਵੱਲ ਵਧਦੇ ਆ। ਚੈਕ ਦੇ ਯੂਰਪੀਅਨ ਮਾਮਲਿਆਂ ਦੇ ਮੰਤਰੀ ਮਾਰਟਿਨ ਡਵੋਕ ਨੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਯੂਰਪੀਅਨ ਯੂਨੀਅਨ ਆਪਣੇ ਮੌਜੂਦਾ ਸਰੂਪ 'ਚ ਉਨੀ ਮਜ਼ਬੂਤ ਨਹੀਂ ਦਿਸਦੀ ਜਿੰਨੀ ਇਸ ਨੂੰ ਆਬਾਦੀ ਤੇ ਆਰਥਿਕਤਾ ਦੀ ਮਜ਼ਬੂਤੀ ਦੇ ਲਿਹਾਜ਼ ਨਾਲ ਹੋਣਾ ਚਾਹੀਦਾ ਸੀਗਾ। ਇਸ ਦਾ ਕੀ ਮਤਲਬ ਹੈ? ਦੇਖੋ, ਯੂਰਪੀਅਨ ਯੂਨੀਅਨ ਜਿਹੜੀ ਬਣੀ ਆ ਬੇਸਿਕਲੀ ਇਕਨੋਮਿਕ ਯੂਨੀਅਨ ਹੈ ਜੀ। ਹੁਣ ਜੇ ਤੁਸੀਂ ਦੇਸ਼ਾਂ ਦੇ ਨਾਲ ਕੰਪੀਟ ਕਰਦੇ, ਯੂਐਸ ਆ, ਉਹਦੇ ਕੋਲ 330 ਮਿਲੀਅਨ ਦੀ ਪਾਪੂਲੇਸ਼ਨ ਹੈ, ਵੱਡਾ ਦੇਸ਼ ਆ। ਚੀਨ ਆ, ਕੱਲਾ ਦੇਸ਼ ਆ, ਵੱਡੀ ਆਬਾਦੀ ਆ। ਇੰਡੀਆ ਵੱਡਾ ਦੇਸ਼ ਆ, ਰਸ਼ੀਆ ਵੱਡਾ ਦੇਸ਼ ਆ ਜੀ। ਉਹਦੇ ਨਾਲ ਆਪਣੇ ਆਪ ਨੂੰ ਕੰਪੇਅਰ ਕਰਦੇ ਆ ਨਾ ਕਿ ਅਸੀਂ ਇਕਨੋਮਿਕਲੀ ਤਾਂ ਪਾਵਰਫੁਲ ਹੋ ਗਏ ਆ ਜੀ, ਕਿਉਂਕਿ 27 ਮੁਲਕਾਂ ਦੀ ਇੱਕ ਯੂਨੀਅਨ ਬਣੀ ਆ। 27 ਮੁਲਕਾਂ ਦੇ ਵਿੱਚ ਲੇਬਰ ਵੀ ਤੁਰੀ ਫਿਰਦੀ ਆ। ਜੇ ਤੁਸੀਂ ਚੈਕ ਜਾਂ ਸਲੋਵਾਕ ਦੇ ਵਿੱਚ ਰਹਿੰਦੇ ਆ, ਤੁਸੀਂ ਚਾਹੋ ਆ ਕੇ ਫਰਾਂਸ ਦੇ ਵਿੱਚ ਕੰਮ ਕਰਨਾ, ਤੁਹਾਨੂੰ ਕੋਈ ਰੋਕ ਨਹੀਂ ਸਕਦਾ। ਲੇਬਰ ਵੀ ਤੁਰੀ ਫਿਰਦੀ ਆ, ਸਰਵਿਸਿਜ਼ ਜਿਹੜੀਆਂ ਉਹ ਵੀ ਜਾਂਦੀਆਂ। ਫਿਰ ਚੀਜ਼ਾਂ ਜਿਹੜੀਆਂ ਇੱਕ ਜਗ੍ਹਾ ਪੈਦਾ ਹੁੰਦੀ ਹੈ ਦੂਜੇ ਥਾਂ ਤੇ ਕੋਈ ਟੈਰਿਫ ਨਹੀਂ ਲੱਗਦੇ, ਕੋਈ ਡਿਊਟੀ ਨਹੀਂ ਲੱਗਦੀ। ਅੱਛਾ, ਇਹ ਇਕਨੋਮਿਕਲੀ ਤਾਂ ਫਾਇਦਾ ਹੁੰਦਾ ਆ, ਪਰ ਪੋਲੀਟੀਕਲ ਉਹ ਕਹਿੰਦੇ ਵੀ ਸਾਡੀ ਆਵਾਜ਼ ਨਹੀਂ ਇੱਕ। ਤੇ ਫਿਰ ਭਾਵੇਂ ਇਕਨੋਮਿਕਲੀ ਅਸੀਂ ਇੱਕ ਯੂਨੀਅਨ ਬਣਾ ਲਈ ਆ, ਪਰ ਹਰ ਇੱਕ ਜਿਹੜਾ ਦੇਸ਼ ਆ ਉਹ ਆਪਣੀਆਂ ਪਾਲਿਸੀਆਂ ਬਣਾਉਂਦਾ। ਜਿੰਨੀਆਂ ਵੀ ਨੈਸ਼ਨਲ ਲੈਵਲ ਤੇ ਉਹਨਾਂ ਦੀਆਂ ਪਾਲਿਸੀਜ਼ ਬਣਦੀਆਂ, ਉਹ ਅਜੇ ਵੀ ਉਹਨਾਂ ਦੀ ਪ੍ਰਾਇੋਰਟੀ ਇਹੀ ਹੁੰਦੀ ਹੈ ਵੀ ਸਾਡੇ ਫਰਾਂਸ ਲਈ ਕੀ ਚੀਜ਼ ਵਧੀਆ ਆ, ਜਰਮਨੀ ਲਈ ਕੀ ਚੀਜ਼ ਵਧੀਆ ਹੈ, ਨੈਦਰਲੈਂਡ ਲਈ ਕੀ ਚੀਜ਼ ਵਧੀਆ ਹੈ। ਕਹਿੰਦਾ ਸਾਡੇ 'ਚ ਤਾਂ ਇਹਨਾਂ ਯੂਐਸ ਦੇ ਵਿੱਚ ਫਰਕ ਆ ਨਾ, ਉਹ ਇੱਕ ਦੇਸ਼ ਆ, ਅਸੀਂ 27 ਆ। ਅਸੀਂ ਇਕਨੋਮਿਕ ਯੂਨੀਅਨ ਤਾਂ ਹੈ, ਪਰ ਇੱਕ ਫੈਸਲਾ ਥੋੜਾ ਕਰ ਸਕਦਾ। ਯੂਐਸ ਵਾਲੇ ਤਾਂ ਫੈਸਲਾ ਕਰਦੇ ਆ, ਪ੍ਰੈਜ਼ੀਡੈਂਟ ਜਾਂਦਾ ਉੱਥੇ, ਉਹ ਸਾਈਨ ਕਰਕੇ ਆ ਜਾਂਦਾ। ਸਾਰੇ 330 ਮਿਲੀਅਨ ਲੋਕਾਂ ਦੀ ਮਾਰਕੀਟ ਜਿਹੜੀ ਉਹ ਖੁੱਲ ਜਾਂਦੀ ਹੈ ਉਹਨਾਂ ਦੀ। ਤੇ ਉਹਨਾਂ ਦੇ ਇਹ ਹਾਲੇ ਉਹ ਇੱਕ ਪੋਲੀਟੀਕਲ ਹੈਡ ਹੈ ਨਹੀਂਗਾ ਜੀ। ਪੋਲੀਟੀਕਲ ਭਾਵੇਂ ਪਾਰਲੀਮੈਂਟ, ਯੂਰਪੀਅਨ ਪਾਰਲੀਮੈਂਟ ਹੈਗੀ ਆ,
ਪਰ ਹਰ ਇੱਕ ਦੇਸ਼ ਦਾ ਆਪਣਾ ਪ੍ਰਾਈਮ ਮਿਨਿਸਟਰ ਆ, ਆਪਣੇ ਉਹਨਾਂ ਦੇ ਪ੍ਰੈਜ਼ੀਡੈਂਟ ਆ। ਬਿਲਕੁਲ। ਸੋ ਇੱਕ ਯੂਨਿਟੀ ਦੇ ਤੌਰ ਤੇ ਉਹ ਪੇਸ਼ ਨਹੀਂ ਕਰ ਸਕਦੇ, ਜਿੱਦਾਂ ਉਹ ਮਾਰਕੀਟ ਨਾਲ ਪੇਸ਼ ਕਰਦੇ ਆ। ਉਹ ਕਹਿੰਦੇ ਵੀ ਚਾਈਨਾ ਦੇ ਕੋਲ ਆਪਣੀ ਮਾਰਕੀਟ ਆ, ਇੰਡੀਆ ਦੇ ਕੋਲ ਆਪਣੀ ਆ, ਪਰ ਉਹਨਾਂ ਦੇ ਇੱਕ ਹੀ ਬੰਦਾ ਫੈਸਲਾ ਕਰਦਾ ਨਾ, ਇੱਕ ਸਰਕਾਰ ਹੈ। ਚਲੋ ਬੰਦਾ ਇੱਕ ਨਾ ਵੀ ਫੈਸਲਾ ਕਰੇ, ਪਰ ਸਰਕਾਰ ਤਾਂ ਇੱਕ ਹੈ ਨਾ। ਚੀਨ ਦੇ ਕੋਲ ਇੱਕ ਹੈ, ਰਸ਼ੀਆ ਦੇ ਕੋਲ ਇੱਕ ਹੈ, US ਦੇ ਕੋਲ ਇੱਕ ਹੈ। ਯੂਰਪੀਅਨ ਯੂਨੀਅਨ ਦੇ ਵਿੱਚ ਇਕਨੋਮੀ ਤਾਂ ਅਸੀਂ ਇਕੱਠੀ ਕਰ ਲਈ, ਪਰ ਸਾਡਾ ਫੈਸਲਾ ਕਰਨ ਵਾਲੀ ਇੱਕ ਸਰਕਾਰ ਹੈ ਨਹੀਂ ਜੀ। ਤੇ ਉਹਨਾਂ ਨੇ ਹੁਣ ਪ੍ਰਪੋਜ਼ਲ ਜਿਹੜੀ ਦਿੱਤੀ ਹੈ ਬੜੀ ਇੰਟਰਸਟਿੰਗ ਆ ਕਿ ਯੂਨਾਈਟਿਡ ਸਟੇਟਸ ਆਫ ਯੂਰਪ ਬਣਾ ਲਈ। ਅਸੀਂ ਵੀ ਜਿਹਦਾ US ਨੇ ਫੈਡਰੇਸ਼ਨ ਬਣਾਈ ਹੈ ਨਾ, ਵੀ ਜਿੱਦਾਂ ਸੂਬੇ ਹੁੰਦੇ ਆ, ਪੋਲੀਟੀਕਲੀ ਵੀ ਇਦਾਂ ਹੀ ਹੋਣ ਵੀ ਜਰਮਨੀ ਇੱਕ ਸੂਬਾ ਆ, ਫਰਾਂਸ ਇੱਕ ਸੂਬਾ ਆ, ਚੈਕ ਇੱਕ ਸੂਬਾ ਆ, ਤੇ ਨੈਸ਼ਨਲ ਸਾਡੀ ਗਵਰਨਮੈਂਟ ਹੋਵੇ ਇੱਕ, ਜਿਹਦਾ ਲਾਅ ਜੋ ਵੀ ਉਹ ਪਾਸ ਕਰਨ ਉਹ ਸਾਰਿਆਂ ਤੇ ਲਾਗੂ ਹੋਵੇ। US ਕੈਸਲਰ ਨੂੰ ਵਿੱਚ ਲੈ ਲੈਣਗੇ ਜੀ। ਸਾਰਿਆਂ ਨੂੰ ਉਹਨਾਂ ਨੇ ਇੱਕ ਉਹ ਟੱਪਦੇ ਤਾਂ ਹੁਣ ਇੰਗਲੈਂਡ ਵਾਲੇ ਆ ਵੀ ਅਸੀਂ ਛੱਡ ਬੈਠੇ ਇਹਨਾਂ ਨੂੰ ਜੀ ਜੀ, ਤੇ ਬ੍ਰੈਕਸਿਟ ਤੋਂ ਬਾਅਦ ਉਹ ਵੀ ਪਛਤਾਉਂਦੇ ਆ। ਪਰ ਬਾਕੀ ਦੇ 27 ਮੁਲਕ ਦਾ ਇਕੱਠੇ ਆ ਅਜੇ। ਪਰ ਉਹਨਾਂ ਦੀ ਇੱਕ ਗੱਲ ਤਾਂ ਠੀਕ ਹੈ ਕਿ ਸਾਡੀ ਜਿਹੜੀ ਉਹ ਵੌਇਸ ਹੈ ਇੱਕ ਨਹੀਂ ਹੈ, ਤੇ ਉਹਨੂੰ ਇੱਕ ਕਰਨ ਲਈ ਸਾਨੂੰ ਯੂਨਾਈਟਿਡ ਸਟੇਟਸ ਬਣਾਉਣ ਦੀ ਲੋੜ ਆ ਜੀ। ਡਾਕਟਰ ਸਾਹਿਬ, ਤੁਸੀਂ ਗੱਲ ਕੀਤੀ ਸੀ ਕਿ UK ਜਿਹੜਾ ਉਹ ਪਛਤਾ ਰਿਹਾ ਹੈ, ਉਹਨੂੰ ਪਛਤਾਵਾ ਇਸ ਗੱਲ ਦਾ ਵੀ ਮੈਂ ਯੂਰਪੀਅਨ ਯੂਨੀਅਨ ਨੂੰ ਕਿਉਂ ਛੱਡਿਆ। ਹੁਣ UK ਦੇ ਵਿੱਚ 2100 ਨੌਜਵਾਨਾਂ ਤੇ ਆਧਾਰਿਤ ਇੱਕ ਸਰਵੇਖਣ ਹੋਇਆ ਜੀ। ਉਹਦੇ ਚ 51% ਜਿਹੜੇ ਨੌਜਵਾਨ ਹੈ ਉਹ ਯੂਰਪੀਅਨ ਯੂਨੀਅਨ ਨਾਲ ਸੰਬੰਧ ਮੁੜ ਕਾਇਮ ਕਰਨ ਦੇ ਲਈ ਹੱਕ 'ਚ ਹੈ, ਜਦੋਂ ਕਿ 32% ਨੇ ਕਿਹਾ ਕਿ 2016 ਦੇ ਵਿੱਚ ਫੈਸਲਾ ਕੀਤਾ ਸੀ ਜਦੋਂ ਯੂਰਪੀਅਨ ਯੂਨੀਅਨ ਛੱਡਿਆ ਇਹਨਾਂ ਨੇ, ਵੀ ਉਹ ਫੈਸਲਾ ਜਿਹੜਾ ਉਹ ਦਰੁਸਤ ਸੀਗਾ ਜੀ। ਸੋ ਤੁਸੀਂ ਇਸ ਰਿਪੋਰਟ ਨੂੰ ਕਿਵੇਂ ਦੇਖਦੇ ਹੋ? ਪਹਿਲਾਂ ਤਾਂ ਇਹ ਜਦੋਂ ਬ੍ਰੈਕਸਿਟ ਹੋਇਆ ਹੀ ਆ ਨਾ ਜੀ, ਉਸ ਵੇਲੇ ਬਿਜ਼ਨਸ ਵੈਸੇ ਉਸ ਵੇਲੇ ਵੀ ਔਖਾ ਸੀ ਜੀ। ਬਿਜ਼ਨਸ ਵਾਲੇ ਕਹਿੰਦੇ ਸੀ ਕਿ ਸਾਨੂੰ ਦੇਖੋ ਕਿੰਨਾ ਫਾਇਦਾ ਆ ਕਿ ਅਸੀਂ 28 ਮੁਲਕਾਂ ਦੀ ਯੂਰਪੀਅਨ ਯੂਨੀਅਨ ਦੇ ਮੈਂਬਰ ਹਾਂ। ਅਸੀਂ ਜੋ ਕੁਝ ਵੀ ਇੱਥੇ ਬਣਾਉਨੇ ਆ ਉਹ ਅਸੀਂ 28 ਮੁਲਕਾਂ 'ਚ ਬਿਨਾਂ ਟੈਰਿਫਸ ਦੇ, ਬਿਨਾਂ ਡਿਊਟੀਜ਼ ਦੇ ਵੇਚ ਸਕਦੇ ਹਾਂ ਜੀ। ਇਹ ਸਾਡੇ ਲਈ ਬਹੁਤ ਵੱਡੀ ਦੇਣ ਹੈ, ਕਿਉਂਕਿ ਅੱਜ ਕੱਲ ਹਰੇਕ ਦੇਸ਼ ਦੇ ਵਿੱਚ ਜਦੋਂ ਚੀਜ਼ ਭੇਜਦੇ ਆ ਉਹ ਕਿਸੇ ਨੇ ਕੁਝ % ਲਾਈ, ਕਿਸੇ ਨੇ ਜ਼ਿਆਦਾ ਲਾਈ ਹੈ, ਕਿਸੇ ਨੇ ਘੱਟ ਲਾਈ ਹੈ, ਪਰ ਉਹ ਤੁਹਾਡੀ ਚੀਜ਼ ਮਹਿੰਗੀ ਹੋ ਜਾਂਦੀ ਹੈ, ਉਹ ਕੰਪੀਟ ਨਹੀਂ ਕਰ ਸਕਦੇ ਦੂਸਰੇ ਮੁਲਕਾਂ ਨਾਲ। ਉਸ ਵੇਲੇ ਤਾਂ ਕਰ ਲਿਆ, ਉਹ ਪਪੂਲਰ ਸੀ, ਪੋਲੀਟੀਕਲੀ ਪਪੂਲਰ ਸੀ। ਇਸ਼ੂ ਬਣੀ ਸੀ ਕਿ ਜਿਹੜੇ ਈਸਟਰਨ ਯੂਰਪੀਅਨ ਮੁਲਕਾਂ ਦੇ ਲੋਕ ਸੀ, ਇਕਨੋਮਿਕਲੀ ਥੋੜੇ ਜਿਹੇ ਇਹਨਾਂ ਨੂੰ ਘੱਟ ਡਿਵੈਲਪਮੈਂਟ ਹੋਈ ਆ, ਰਮੀਨੀਆ ਵਾਲੇ ਹੋਏ, ਪੋਲੈਂਡ ਵਾਲੇ ਹੋਏ, ਇੱਥੇ ਜਿਹੜਾ ਇਕਨੋਮਿਕ ਡਿਵੈਲਪਮੈਂਟ ਦਾ ਉਹ ਪੱਧਰ ਨਹੀਂ ਜਿਹੜਾ ਇੰਗਲੈਂਡ ਦੇ ਵਿੱਚ ਆ, ਫਰਾਂਸ ਦੇ ਵਿੱਚ ਆ, ਜਰਮਨੀ ਦੇ ਵਿੱਚ ਆ। ਸੋ ਉੱਥੋਂ ਲੋਕੀ ਨੱਠੇ ਆਉਂਦੇ ਸੀ ਕਿ ਹੁਣ ਰੋਕ ਸਕਦੇ ਨਹੀਂ ਉਹਨਾਂ ਨੂੰ, ਲੋਕੀ ਟਰੈਵਲ ਕਰ ਸਕਦੇ ਆ। UK ਦੇ ਵਿੱਚ ਵੀ ਜਿਹੜੀਆਂ ਪਹਿਲਾਂ ਬ੍ਰਿਕਸ ਯੂਰਪੀਅਨ ਯੂਨੀਅਨ ਤੋਂ ਤੁਸੀਂ ਜਿੰਨੀ ਸਰਵਿਸ ਇੰਡਸਟਰੀ UK ਦੀ ਦੇਖਦੇ ਸੀ, ਹੋਟਲਾਂ 'ਚ ਜਾ ਕੇ ਠਹਿਰਦੇ ਸੀ ਤਾਂ ਤੁਹਾਨੂੰ ਪਤਾ ਲੱਗ ਜਾਂਦਾ ਸੀ ਉੱਥੇ ਕਾਲੇ ਵਰਕਰ ਹੁੰਦੇ ਸੀ ਜਾਂ ਸਾਡੇ ਆਪਣੇ ਹੁੰਦੇ ਸੀ ਸਾਊਥ ਏਸ਼ੀਆ। ਫਿਰ ਜਦੋਂ ਯੂਰਪੀਅਨ ਯੂਨੀਅਨ ਬਣ ਗਈ ਤਾਂ ਉਹਨਾਂ ਦੇ ਵਿੱਚ ਉਹ ਲੱਗਦੀਆਂ ਤਾਂ ਦੇਖਣ ਨੂੰ ਗੋਰੀਆਂ ਹੁੰਦੀਆਂ ਸੀ, ਬੋਲਦੀ ਹੋਰ ਬੋਲਦੀਆਂ, ਰਮੇਨੀਅਨ ਬੋਲਦੇ ਆ, ਕੋਈ ਪੋਲੈਂਡ ਵਾਲੀ ਬੋਲਦੇ, ਕੋਈ ਹੰਗੇਰੀਅਨ ਬੋਲਣ ਲੱਗਾ ਹੈ। ਅੱਛਾ, ਉਹ ਤੋਂ ਬਹੁਤ ਦੁਖੀ ਹੋਏ ਜਿਹੜੇ ਅੰਗਰੇਜ਼ ਆ ਉੱਥੇ ਦੇ ਜੀ। ਉਹਨਾਂ ਨੇ ਇਮੀਗ੍ਰੇਸ਼ਨ ਪਾਲਿਸੀ ਇਹ ਦੇਖ ਕੇ ਵੀ ਇਹ ਹੁਣ ਯੂਰਪੀਅਨ ਯੂਨੀਅਨ ਦਾ ਫਾਇਦਾ ਉਠਾ ਕੇ ਸਾਡੇ ਆ ਰਹੇ ਆ ਤੇ ਇਹਨਾਂ ਨੇ ਤਾਂ ਟੇਕ ਓਵਰ ਕਰ ਲੈਣਾ, ਇਹ ਤਾਂ ਬੰਦੇ ਆ ਹੀ ਜਾਂਦੇ ਆ। ਇਹਨਾਂ ਨੇ ਉਸ ਬੇਸ ਤੇ ਬ੍ਰੈਕਸਿਟ ਕਰਾ ਲਈ। ਪੋਲੀਟੀਕਲ ਪਾਰਟੀਆਂ ਨੇ, ਇਹਨਾਂ ਨੂੰ ਲੱਗਾ ਕਿ ਲੋਕੀ ਹੁਣ ਇਹਦੇ ਖਿਲਾਫ ਹੋਏ ਆ ਤੇ ਅਸੀਂ ਉਹਦਾ ਫਾਇਦਾ ਉਠਾ ਲਈਏ। ਬਿਲਕੁਲ, ਤੇ ਇਹਨਾਂ ਨੂੰ ਫਾਇਦਾ ਵੀ ਹੋਇਆ। ਠੀਕ ਹੈ, ਉਹਨਾਂ ਨੇ ਬ੍ਰੈਕਸਿਟ ਕਰਵਾਇਆ, ਉਹ ਲੋਕਾਂ ਨੇ ਵੋਟ ਪਾਤੀ। ਹਾਲਾਂਕਿ ਬਿਜ਼ਨਸ ਨੇ ਬਹੁਤ ਜ਼ੋਰ ਲਾਇਆ ਵੀ ਨਾ ਕਰੋ ਤੁਸੀਂ ਇਦਾਂ, ਇਹਨਾਂ ਸਾਨੂੰ ਘਾਟਾ ਪੈਣਾ ਆ। ਆਖਰਕਾਰ ਤਾਂ ਲੋਕੀ ਜਦੋਂ ਕੰਮ ਕਰੋਗੇ ਤਾਂ ਜੇ ਕੰਮ ਹੋਊਗਾ ਤਾਂ ਕੰਮ ਕਰੋਗੇ। ਜੇ ਉਹ ਸਾਡੀ ਕੋਈ ਕੰਪਨੀ ਬੈਂਕਰਪਟ ਹੋ ਜਾਂਦੀ ਆ, ਉਹਦੇ ਵਿੱਚ ਇਹ ਦੇਖੋ ਵੀ ਜੇ ਰਮੇਨੀਅਨ, ਹੰਗੇਰੀਅਨ, ਪੋਲੈਂਡ ਵਾਲੇ ਜੇ 40% ਆ, ਉਹ ਕੰਪਨੀ ਹੈਗੀ ਤਾਂ 40% ਹੈ ਨਾ। ਜੇ ਕੱਲ ਨੂੰ ਕੁਝ ਹੋਵੇ ਹੀ ਨਾ ਤਾਂ ਜਿਹੜੇ 60% ਤੁਸੀਂ ਕੰਮ ਕਰਦੇ ਹੋ ਉਹ ਤੁਹਾਡੇ ਲਈ ਵੀ ਹੈ ਨਹੀਂ। ਬਿਲਕੁਲ। ਤੇ ਹੁਣ
ਤੁਸੀਂ ਇੱਕ ਨੰਬਰ 1 ਇਸ਼ੂ ਜਿਹੜੀ ਆ ਸਰਕਾਰ ਲਈ ਲੰਡਨ ਦੇ ਵਿੱਚ ਇਹ ਬਣ ਗਈ ਆ ਕਿ ਹੁਣ ਜਿਹੜੇ ਇਮੀਗ੍ਰੈਂਟਸ ਤਾਂ ਉਹ ਆਈ ਜਾਂਦੇ ਆ ਜੀ। ਅੱਗੇ ਆਉਂਦੇ ਸੀ ਰੁਮੇਨੀਆ ਤੋਂ, ਜਿਹੜੇ ਉਹਨਾਂ ਦੇ ਯੂਰਪੀਅਨ ਯੂਨੀਅਨ ਦੇ ਮੈਂਬਰ, ਹੁਣ ਆਉਂਦੇ ਆ ਅਫਰੀਕਾ ਤੋਂ, ਆਉਂਦੇ ਆ ਸਾਊਥ ਏਸ਼ੀਆ ਤੋਂ, ਆਉਂਦੇ ਆ ਕੈਰੀਬੀਅਨ ਤੋਂ, ਆਉਂਦੇ ਆ ਬੋਟਸ ਲੱਦ ਕੇ ਲੈ ਕੇ ਆਉਂਦੇ ਆ। ਤੇ ਇਸ ਗੱਲ ਤੇ ਉਹਨਾਂ ਦੀ ਨੁਕਤਾਚੀਨੀ ਵੀ ਕੀਤੀ ਆ, ਐਮਨੈਸਟੀ ਇੰਟਰਨੈਸ਼ਨਲ ਨੇ ਵੀ ਕੀਤੀ ਆ ਜੀ ਜੀ। ਹਿਊਮਨ ਰਾਈਟਸ ਆਰਗੇਨਾਈਜੇਸ਼ਨ ਜਿਹੜੀਆਂ ਕਹਿੰਦੇ ਕਿ ਤੁਸੀਂ ਜਿੱਥੇ 20 ਬੰਦੇ ਰੱਖਣੇ ਹੁੰਦੇ ਉੱਥੇ 200 ਬੰਦਾ ਬਤੂੜਿਆ ਪਿਆ, ਵੀ ਤੁਸੀਂ ਇਹਨਾਂ ਨਾਲ ਜਿੱਦਾਂ ਐਨੀਮਲਸ ਵਾਲਾ, ਜਿੱਦਾਂ ਜਾਨਵਰਾਂ ਵਾਲਾ ਵਰਤਾਓ ਕਰਦੇ ਆ। ਉਹ ਜਿਹੜੀ ਬ੍ਰੇਵਰਮੈਨ ਆ ਹਿੰਦੁਸਤਾਨ ਦੀ ਮੂਲ ਦੀ ਵੈਸੇ ਔਰਤ ਆ, ਉਹ ਜਿਹੜੀ ਇਮੀਗ੍ਰੇਸ਼ਨ ਮਿਨਿਸਟਰ, ਤਾਂ ਉਹ ਇਹਨੇ ਇਮੀਗ੍ਰੈਂਟਸ ਦੇ ਖਿਲਾਫ ਬਿਆਨ ਦਿੰਦੀ ਆ, ਪਰ ਉਹਦੇ ਬਾਵਜੂਦ ਵੀ, ਸਭ ਕੁਝ ਦੇ ਬਾਵਜੂਦ ਵੀ ਧੜਾ ਧੜ ਉਹਨੇ ਇਮੀਗ੍ਰੈਂਟਸ ਆਉਂਦੇ ਜਿੰਨੇ ਪਹਿਲਾਂ ਆਉਂਦੇ ਹੁੰਦੇ ਸੀ। ਤੇ ਹੁਣ ਲੋਕਾਂ ਨੂੰ ਥੋੜੀ ਜਿਹੀ ਦਿਮਾਗ ਦੇ ਵਿੱਚ ਆਈ ਆ ਵੀ ਇਹ ਜਿਸ ਕਰਕੇ ਅਸੀਂ ਬ੍ਰਿਕਸ ਚੋਂ ਨਿਕਲੇ ਸੀ ਉਹ ਤਾਂ ਪ੍ਰੋਬਲਮ ਸੋਲਵ ਨਹੀਂ ਹੋਈ। ਅੱਗੇ ਈਸਟਰਨ ਯੂਰਪ ਵਾਲੇ ਆਉਂਦੇ ਸੀ, ਹੁਣ ਅਫਰੀਕਾ ਵਾਲੇ ਆਈ ਜਾਂਦੇ ਆ, ਸਾਊਥ ਏਸ਼ੀਆ ਵਾਲੇ ਆਈ ਜਾਂਦੇ ਆ, ਏਸ਼ੀਆ ਤੋਂ ਹੋਰ ਤੋਂ ਆਈ ਜਾਂਦੇ ਆ। ਇਮੀਗ੍ਰੈਂਟਸ ਨੂੰ ਤਾਂ ਅਸੀਂ ਰੋਕ ਨਹੀਂ ਸਕਦੇ, ਪਰ ਘਾਟਾ ਇਸ ਗੱਲ ਦਾ ਪੈ ਗਿਆ ਵੀ ਜਿਹੜੀਆਂ ਸਾਡੇ ਕੰਪਨੀਆਂ ਕੰਮ ਕਰਦੀਆਂ ਸੀਗੀਆਂ, ਕਈ ਇਥੋਂ ਕੰਪਨੀਆਂ ਚੱਕ ਕੇ ਲੈ ਗਏ ਆ ਯੂਰਪੀਅਨ ਯੂਨੀਅਨ ਦੇ ਵਿੱਚ, ਤਾਂ ਕਿ ਉਹਨਾਂ ਨੂੰ ਜੋ ਵੀ ਉਹ ਪ੍ਰੋਡਿਊਸ ਕਰਦੇ ਆ ਉਹ ਤੇ ਟੈਰਿਫ ਨਾ ਲੱਗਣ, ਤਾਂ ਟੈਕਸ ਆਪਣੇ ਡਿਊਟੀਜ਼ ਨਾ ਲੱਗਣ। ਸੋ ਸਾਡੀਆਂ ਜੌਬਾਂ ਉਧਰ ਚਲ ਗਈਆਂ ਤਾਂ ਬੰਦੇ ਹਾਲੇ ਵੀ ਆਈ ਜਾਂਦੇ। ਤੇ ਹੁਣ ਥੋੜੀ ਜਿਹੀ ਸੁਰਤ ਆਈ ਆ ਦਿਮਾਗ ਦੇ ਵਿੱਚ, ਲੋਕਾਂ ਦੇ ਵਿੱਚ, ਵੀ ਇਹ ਬ੍ਰੈਕਸਿਟ ਮਾੜੀ ਚੀਜ਼ ਨਹੀਂ ਸੀ, ਵਧੀਆ ਸੀ। ਵੈਸੇ ਇੰਗਲੈਂਡ ਦੇ ਵੀ ਜਿਹੜੇ ਪ੍ਰੋਫੈਸ਼ਨਲ ਬੰਦੇ ਸੀ, ਉਹ ਦੇਖੋ ਵੀ ਤੁਸੀਂ ਇੱਕ ਨੇ ਬੰਦੇ ਨੇ ਇੰਜੀਨੀਅਰਿੰਗ ਕੀਤੀ ਆ ਤਾਂ ਉਹਦੇ 28 ਮੁਲਕ ਪਏ ਆ, ਜਿੱਥੇ ਮਰਜ਼ੀ ਚਲ ਜਾਵੇ। ਤਾਂ ਹੁਣ ਇੱਕ ਕੱਲਾ ਇੰਗਲੈਂਡ ਹੀ ਆ, ਉੱਥੇ ਮਿਲ ਗਈ ਜੌਬ, ਠੀਕ ਹੈ, ਨਹੀਂ ਤਾਂ ਜਾਂਦਾ ਲੱਗਾ। ਮੌਕੇ ਘਟ ਗਏ ਉਹਨਾਂ ਦੇ। ਸੋ ਕਹਿੰਦੇ ਹੁੰਦੇ ਦੇਰ ਆਏ ਦਰੁਸਤ ਆਏ। ਮੇਰਾ ਅਗਲੀ ਇਲੈਕਸ਼ਨ ਦੇ ਵਿੱਚ ਇਹ ਇਸ਼ੂ ਵੀ ਬਣੂਗੀ ਉਹਨਾਂ ਦੇ ਜੀ। ਇੱਕ ਤਾਂ ਇਸ਼ੂ ਵੱਡੀ ਹੈਗੀ ਆ, ਉਹਨਾਂ ਨੇ ਜਿਹੜੀ ਕੰਜ਼ਰਵੇਟਿਵ ਪਾਰਟੀ ਨੇ ਬੁਰੀ ਤਰ੍ਹਾਂ ਹਾਰਨੀ ਆ ਨਾ, ਹਰ ਇੱਕ ਚੀਜ਼ ਮਹਿੰਗੀ, ਹਰ ਜੇ ਤੁਸੀਂ ਇੰਗਲੈਂਡ ਜਾਂਦੇ ਅੱਜ ਕੱਲ ਕੋਈ ਨਾ ਕੋਈ ਸੈਕਟਰ ਦੇ ਵਿੱਚ ਹੜਤਾਲ ਹੋਈ ਹੁੰਦੀ ਹੈ। ਹਰੇਕ ਨੂੰ ਆ ਵੀ ਸਾਨੂੰ ਪੈਸੇ ਦਿਓ, ਤੇ ਸਰਕਾਰ ਕੋਲ ਪੈਸੇ ਹੈ ਨਹੀਂ, ਤਾਂ ਵੱਡਾ ਹਿੱਸਾ ਸਰਕਾਰ ਦਾ ਹੀ ਹੈ। ਬਿਲਕੁਲ, ਕੋਈ ਨਾ ਕੋਈ ਬੰਦਾ ਸਟ੍ਰਾਈਕ ਤੇ ਗਿਆ ਹੁੰਦਾ। ਤਾਂ ਇਹਨਾਂ ਦੀ ਲੂਜ਼ ਕਰਨਾ ਇਹਨਾਂ ਨੇ। ਫੇਰ ਦੇਖਿਓ ਲੇਬਰ ਪਾਰਟੀ ਤੋਂ ਵੀ ਆਸਾਂ ਹੀ ਲੋਕਾਂ ਨੇ ਲਾਈਆਂ ਹੈ, ਪਾਰਟੀ ਨੇ ਨਵੀਂ ਨੇ ਆ ਕੇ ਵੀ ਕੀ ਕਰਨਾ ਹੁੰਦਾ। ਜੀ ਜੀ ਬਿਲਕੁਲ। ਪਰ ਇਦਾਂ ਲੱਗਦਾ ਇਦਾਂ ਵੀ ਇਹ ਪੁਰਾਣੇ ਜਾਣ ਤਾਂ ਇਹ ਨਵੇਂ ਆਉਣ। ਨਵਿਆਂ ਨੇ ਵੀ ਕੁਝ ਨਹੀਂ ਕਰਨਾ, ਕਿਉਂਕਿ ਇਕਨੋਮੀ ਜਿੰਨਾ ਚਿਰ ਹਿਲਦੀ ਨਹੀਂ ਹੈ ਨਾ, ਉਹਨਾਂ ਚਿਰ ਕੁਝ ਨਹੀਂ ਕਰ ਸਕਦੇ। ਬਿਲਕੁਲ ਬਿਲਕੁਲ। ਇਹ ਤਾਂ ਸੌਫਟਵੇਅਰ ਹੀ ਹੋ ਜਾ ਹੋਊਗਾ, ਫਿਰ ਰੀਫਰੈਸ਼ ਹੋ ਕੇ ਵੀ ਕੀ ਹੋ ਜਾਣਾ ਜਿਹੜਾ ਸੀ। ਸੋ ਡਾਕਟਰ ਸਾਹਿਬ, ਅਸੀਂ ਅਗਲੀ ਖਬਰ ਵੱਲ ਵਧਦੇ ਹਾਂ। ਯੂਕਰੇਨ ਪਹਿਲਾਂ ਹੀ $186 ਬਿਲੀਅਨ ਜਿਹੜੇ ਦੇ ਕਰੀਬ ਲੈ ਚੁੱਕਾ ਹੈ, ਤੇ ਹੁਣ ਪਿਛਲੇ ਹਫ਼ਤੇ ਜਦੋਂ ਨਾਟੋ ਦਾ ਸੰਮੇਲਨ ਹੁੰਦਾ ਜੀ, ਉਹਦੇ ਵਿੱਚ ਯੂਐਸ ਦੇ ਫੌਜੀ ਸਮੂਹ ਨੇ ਹੋਰ ਵਿੱਤੀ ਤੇ ਫੌਜੀ ਮਦਦ ਦਾ ਐਲਾਨ ਕੀਤਾ ਸੀ, ਉਹਨਾਂ ਨੂੰ ਵਾਅਦਾ ਕਰ ਲਿਆ ਸੀ। ਸੋ ਇਹ ਕਿੰਨੀ ਕੁ ਦੇਰ ਚੱਲੂਗਾ ਜੀ? ਜਿਹੜਾ ਯੂਐਸ ਤੇ ਯੂਰਪੀਅਨ ਯੂਨੀਅਨ ਦੇ ਲੋਕਾਂ ਦੀ ਹਮਦਰਦੀ ਲਗਾਤਾਰ ਜਿਹੜੀ ਉਹ ਮਨਫੀ ਹੋ ਰਹੀ ਹੈ, ਘਟਦੀ ਜਾ ਰਹੀ ਹੈ ਜੀ। ਹੁਣ ਜਿਹੜੀ ਵੱਡੀ ਗੱਲ ਚੱਲ ਰਹੀ ਹੈ ਨਾ ਯੂਐਸ ਵਾਲਿਆਂ ਦੇ ਵਿੱਚ ਵੀ, ਕਿਉਂਕਿ ਕਾਂਗਰਸ ਦਾ ਲੋਅਰ ਸਦਨ ਜਿਹੜਾ ਆ ਉਹ ਰਿਪਬਲਿਕਨ ਪਾਰਟੀ ਕੰਟਰੋਲ ਕਰ ਰਹੀ ਹੈ। ਇਸ਼ੂ ਨੰਬਰ 1 ਬਣੀ ਸੀ ਯੂਕਰੇਨ ਦੇ ਵਿੱਚ ਕਿ ਇੰਨੇ ਪੈਸੇ ਦਿੱਤੇ, ਇੰਨੇ ਹਥਿਆਰ ਦਿੱਤੇ ਆ, ਤੇ ਇਹ ਗਏ ਕਿੱਥੇ ਆ। ਫਿਰ ਉਹਨਾਂ ਨੇ ਕਿਹਾ ਵੀ ਰਿਸ਼ਵਤਖੋਰੀ ਉੱਥੇ ਬਹੁਤ ਜ਼ਿਆਦਾ ਹੈ। ਇੱਥੇ ਸਾਡੇ ਕਿਊਬੈਕ ਦਾ ਇੱਕ ਫਾਈਟਰ ਹੈ ਜਿਹੜਾ ਜਾਂਦਾ ਸੀ, ਹਾਲਾਂਕਿ ਸਾਡੇ ਲਾਅ ਆ ਕਿ ਤੁਸੀਂ ਕੈਨੇਡੀਅਨ ਸਿਟੀਜ਼ਨ ਕਿਸੇ ਹੋਰ ਦੀ ਆਰਮੀ ਦੇ ਵਿੱਚ ਨਹੀਂ ਜਾ ਸਕਦਾ, ਕਿਤੇ ਨਹੀਂ ਲੜ ਸਕਦਾ, ਪਰ ਇਹਨਾਂ ਨੂੰ ਕੁਝ ਨਹੀਂ ਕਹਿੰਦੇ। ਜੇ ਯੂਕਰੇਨ ਚ ਲੜਦੇ ਇਹਨਾਂ ਤੇ ਲਾਅ ਨਹੀਂ ਲਾਗੂ ਹੁੰਦਾ। ਤੇ ਉਹ ਵਾਲੀ ਆ ਕੇ ਕਹਿੰਦਾ, ਉਹ ਲੜਿਆ ਵਿਚਾਰਾ, ਇੱਥੋਂ ਕੈਨੇਡੀਅਨ ਗਿਆ ਪਹਿਲਾਂ ਆ ਕੇ ਮੈਂ ਯੂਕਰੇਨ ਦੀ ਮਦਦ ਕਰਨੀ, ਆਹ ਕਰਨਾ ਹੈ। ਥੋੜੀ ਕੁ ਦੇਰ ਬਾਅਦ ਆ ਗਿਆ, ਬਲੌਗ ਉਹ ਲਾਉਂਦਾ ਹੈ, ਬਲੌਗ ਤੇ ਵੀ ਲਿਖਦਾ, ਉਹ ਕਹਿੰਦਾ ਵੀ ਮੈਂ ਇੰਨੇ ਕਰਪਟ ਬੰਦੇ ਵੈਸੇ ਤਾਂ ਨਾਰਮਲੀ ਹੁੰਦੇ ਆ ਵੀ ਸਿਵਿਲੀਅਨ ਗਵਰਨਮੈਂਟ ਦੇ ਵਿੱਚ ਹਰੇਕ ਦੇ ਵਿੱਚ ਕਰਪਟ ਬੰਦੇ ਮਿਲ ਜਾਂਦੇ ਆ। ਕਹਿੰਦਾ ਸਾਡੇ ਕਮਾਂਡਰ ਜਿਹੜੇ ਇਹਨਾਂ ਦੇ ਉਹ ਹਥਿਆਰ ਵੇਚੀ ਜਾਂਦੇ ਆ। ਜਿਨ੍ਹਾਂ ਨੂੰ ਵੈਸਟਰਨ ਯੂਰਪੀਅਨ ਅਮਰੀਕਨ
ਮੁਫਤ ਦੀ ਤੁਹਾਨੂੰ ਏਡ ਦਿੰਦੇ ਆ, ਤੁਸੀਂ ਲੜਦੇ ਆ, ਤੁਹਾਡੇ ਦੇਸ਼ ਦੀ ਗੱਲ ਹੈ, ਉਹਨਾਂ ਨੂੰ ਹੈਗਾ ਇਹ ਪੈਸੇ ਬਣਾਓ ਇਸ ਵੇਲੇ। ਤੇ ਉਹਨਾਂ ਦੇ ਹਥਿਆਰ ਜਿਹੜੇ ਆ ਹੁਣ ਪਿੱਛੇ ਜਾਏ ਫਰਾਂਸ ਦੇ ਵਿੱਚ ਰਾਈਟਸ ਹੁੰਦੇ ਸੀ ਨਾ, ਤੇ ਇੱਕ ਖਬਰ ਉੱਥੋਂ ਵੀ ਉੱਡਦੀ ਸੀ ਕਿ ਕੁਝ ਰਾਈਟਰਸ ਜਿਹੜੇ ਆ ਕਈ ਹਥਿਆਰ ਯੂਜ਼ ਕਰ ਰਹੇ ਆ ਜਿਹੜੇ ਯੂਕਰੇਨ ਦੇ ਵਿੱਚੋਂ ਲਿਆਂਦੇ ਇਹਨਾਂ ਨੇ। ਉਹ ਦਬਾਉਣ ਦੀ ਕੋਸ਼ਿਸ਼ ਤਾਂ ਕੀਤੀ ਹੈ ਪਰ ਉਹ ਖਬਰ ਖੈਰ ਸੋਸ਼ਲ ਮੀਡੀਆ ਤੇ ਚੱਲ ਗਈ ਜੀ। ਤੇ ਫਿਰ ਮਿਡਲ ਈਸਟ ਦੇ ਵਿੱਚੋਂ ਕਈ ਗਰੁੱਪ ਕਹਿੰਦੇ ਆ ਵੀ ਜਿਹੜੇ ਹਥਿਆਰ ਯੂਕਰੇਨ ਦੇ ਵਿੱਚ ਹੋਣੇ ਚਾਹੀਦੇ ਸੀ ਉਹ ਮਿਡਲ ਈਸਟ ਦੇ ਕਈ ਗਰੁੱਪਸ ਦੇ ਕੋਲ ਹੈ, ਜਿਨ੍ਹਾਂ ਦੇ ਕੋਲ ਜਿਹੜੇ ਵੈਸੇ ਲੈ ਨਹੀਂ ਸਕਦੇ, ਲੀਗਲੀ ਉਹ ਖਰੀਦ ਨਹੀਂ ਸਕਦੇ ਇਹਨਾਂ ਤੋਂ, ਤੇ ਉਹਨਾਂ ਦੇ ਵੀ ਹੱਥ ਵਿੱਚ ਆ ਗਏ। US ਵਾਲੇ ਆਮ ਹਥਿਆਰ ਉਹਨਾਂ ਰੈਬਲਸ ਨੂੰ ਨਹੀਂ ਦਿੰਦੇ ਜਿਹੜੇ ਇਜ਼ਰਾਈਲ ਦੇ ਖਿਲਾਫ ਲੜਦੇ ਆ, ਪਰ ਉਹਨਾਂ ਦਾ ਤਰੀਕਾ ਹੈਗਾ, ਉਹਨਾਂ ਨੇ ਹੁਣ ਦਿੱਤੇ ਯੂਕਰੇਨੀਅਨ ਨੇ, ਇਹਨਾਂ ਨੇ ਉਹਨਾਂ ਤੋਂ ਖਰੀਦ ਲਏ। ਐਡੀ ਵੱਡੀ ਕਰਪਸ਼ਨ ਤੇ ਕਰਕੇ ਰਿਪਬਲਿਕਨ ਪਾਰਟੀ ਨੇ ਕਾਂਗਰਸ ਦੇ ਵਿੱਚ ਮਤਾ ਪੇਸ਼ ਕੀਤਾ ਸੀ ਜਿਹੜਾ ਕਿ ਸੈਨੇਟ ਨੇ ਰਿਜੈਕਟ ਕਰਤਾ ਬਾਅਦ ਦੇ ਵਿੱਚ। ਉਹ ਕਹਿੰਦੇ ਕਿ ਇੰਸਪੈਕਟਰ ਜਨਰਲ ਭੇਜੇ ਜਾਣ, ਇੱਕ ਨਹੀਂ, ਉਹਨਾਂ ਨੇ ਮਤਲਬ ਕਈ 100 ਇੰਸਪੈਕਟਰ ਜਨਰਲ ਭੇਜਣ ਨੂੰ ਕਿਹਾ ਸੀ ਇਥੋਂ, ਜਿਹੜੇ ਇਹਨਾਂ ਦਾ ਆਡਿਟ ਕਰਨ, ਜਿਹੜੀ ਚੀਜ਼ ਅਸੀਂ ਭੇਜਦੇ ਆ ਉਹ ਦੇਖਣ ਵੀ ਉੱਥੇ ਪਹੁੰਚੀ ਆ ਤੇ ਕਿੱਥੇ ਗਈ ਆ, ਕਿੱਥੇ ਵਰਤੀ, ਕਿੱਥੇ ਗਈ ਹੈ। ਜੇ ਅਸੀਂ ਕੋਈ ਵੈਪਨ ਭੇਜਦੇ, ਹਥਿਆਰ ਭੇਜਦੇ ਆ, ਉਹ ਕਿਹਨੇ ਰਿਸੀਵ ਕੀਤਾ, ਕਿਹੜੀ ਜਗ੍ਹਾ ਤੇ ਰਿਸੀਵ ਕੀਤਾ ਆ, ਅਖੀਰ ਦੇ ਵਿੱਚ ਉਹ ਫਰੰਟ ਲਾਈਨ ਤੇ ਗਿਆ ਜਾਂ ਨਹੀਂ, ਕਿ ਉਹ ਬਕਸਿਆਂ ਦੇ ਵਿੱਚ ਹੀ ਬੰਦ ਆ ਤਾਂ ਉਹ ਅਫਗਾਨਿਸਤਾਨ ਚ ਖਰੀਦ ਕੇ ਲੈ ਗਏ। ਮਤਲਬ ਇਦਾਂ ਵੀ ਹੁੰਦਾ ਨਾ, ਬਹੁਤ ਸਾਰੇ ਦੁਨੀਆ ਦੇ ਵਿੱਚ ਹਥਿਆਰਾਂ ਦੀ ਸਮਗਲਿੰਗ ਜਿਹੜੀ ਹੈ, ਜਿਹੜਾ ਡਰੱਗ ਸਮਗਲਿੰਗ ਹੁੰਦੀ ਹੈ, ਇਦਾਂ ਹੁੰਦੀ ਹੈ ਜੀ। ਇਹਦੇ ਵਿੱਚ ਵੀ ਬੜਾ ਪੈਸਾ ਹੈ ਤੇ ਉਹ ਪੈਸੇ ਕਮਾਂਡਰਸ ਉੱਥੇ ਬਣਾਉਂਦੇ ਆ, ਉਹਨਾਂ ਦੇ ਸਿਵਿਲੀਅਨ ਬਣਾਉਂਦੇ ਆ। ਤੇ ਹੁਣ ਇਸ ਗੱਲ ਕਰਕੇ ਇਸ਼ੂ ਉਹ ਕਹਿੰਦੇ ਯੂਰਪੀਅਨ ਯੂਨੀਅਨ ਦੇ ਵਿੱਚ ਬਹੁਤ ਜ਼ਿਆਦਾ ਹੈ, ਅਮਰੀਕਾ ਦੇ ਵਿੱਚ ਵੀ ਹੈ, ਰਿਪਬਲਿਕਨ ਪਾਰਟੀ ਵਾਲੇ ਕਹਿੰਦੇ ਤਾਂ ਹੈ, ਪਰ ਉਹਨਾਂ ਦੇ ਕੋਲ ਇੱਕ ਹੀ ਸਦਨ ਹੈ, ਬਿਲਕੁਲ ਲੋਅਰ ਸਦਨ ਦੇ ਵਿੱਚ ਤਾਂ ਉਹ ਕਹਿੰਦੇ ਆ, ਪਰ ਸੈਨੇਟ ਜਿਹੜੀ ਆ ਉਹ ਡੈਮੋਕ੍ਰੈਟਿਕ ਪਾਰਟੀ ਦੀ, ਇਹ ਕਰ ਨਹੀਂ ਦਿੰਦੇ ਉਹਨਾਂ ਨੂੰ। ਵੈਸੇ ਤਾਂ ਇਹ ਕਹਿੰਦੇ ਸੀ ਵੀ ਹਰ ਇੱਕ ਚੀਜ਼ ਦੀ ਆਡਿਟ ਕਰੋ ਤੁਸੀਂ, ਜੇ ਉਹਨਾਂ ਨੂੰ ਇੱਕ ਪੈਨੀ ਵੀ ਦਿੰਦੇ ਆ ਉਹਦੀ ਆਡਿਟਿੰਗ ਹੋਣੀ ਚਾਹੀਦੀ ਹੈ, ਬਿਲਕੁਲ, ਫਿਰ ਸਾਨੂੰ ਪਤਾ ਲੱਗੂਗਾ ਵੀ ਪੈਸਾ ਗਿਆ ਕਿੱਥੇ, ਸਾਡੇ ਹਥਿਆਰ ਕਿੱਥੇ ਗਏ ਆ। ਹੁਣ ਯੂਕਰੇਨ ਵਾਲਿਆਂ ਲਈ ਇੱਕ ਇਹ ਪ੍ਰੋਬਲਮ ਹੈ, ਇੱਕ ਤਾਂ ਉਹਨਾਂ ਦੇ ਪ੍ਰੈਸ਼ਰ ਪੈਂਦਾ ਆ ਵੀ ਤੁਸੀਂ ਭਾਈ ਕੋਈ ਰਿਜ਼ਲਟ ਸ਼ੋ ਕਰੋ, ਤੁਸੀਂ ਕੁਝ ਦੱਸੋ ਵੀ ਜਿੱਤਣ ਵਾਲੇ ਹੈਗੇ ਵੀ ਆ। ਇੰਨਾ ਚਿਰ ਕਿੰਨਾ ਕੁ ਚਿਰ ਅਸੀਂ ਲੋਕਾਂ ਨੂੰ ਦੱਸੀ ਜਾਵਾਂਗੇ ਇਹਨਾਂ ਨੇ ਕਾਊਂਟਰ ਅਫੈਂਸਿਵ ਕਰ ਲਿਆ, ਇਹਨਾਂ ਨੇ ਕਰਨਾ ਆ, ਇਹਨਾਂ ਨੇ ਕਰਨਾ ਆ। ਜਾਂ ਸਾਡੇ ਇਹ ਮੇਰਾ ਖਿਆਲ ਯੂਨੀਵਰਸਲ ਗੱਲ ਹੀ ਆ, ਜਿਹੜਾ ਵੀ ਪੋਲੀਟੀਸ਼ੀਅਨ ਆਉਂਦਾ ਅਸੀਂ ਆਹ ਕਰ ਦਿਆਂਗੇ, ਅਸੀਂ ਉਹ ਕਰ ਦਿਆਂਗੇ, ਆਹ ਕਰਨਾ ਹੈ, ਜਦੋਂ ਕਰਨਾ ਹੋਊਗਾ ਉਦੋਂ ਦੱਸਿਓ ਜੀ। ਬਿਲਕੁਲ, ਹੜ੍ਹਾਂ ਵਾਲਿਆਂ ਨੂੰ, ਪੀੜਤਾਂ ਨੂੰ ਰਾਹਤ ਦੇ ਦੇਵਾਂਗੇ ਅਸੀਂ, ਜਦੋਂ ਦੇ ਦਾਂਗੇ ਉਦੋਂ ਦੱਸਿਓ, ਫਿਰ ਸਾਨੂੰ ਪਤਾ ਲੱਗ ਜਾਊਗਾ, ਫਿਰ ਪਤਾ ਲੱਗ ਜਾਊਗਾ ਜੀ। ਸੋ ਡਾਕਟਰ ਸਾਹਿਬ, ਤੁਰਕੀ ਨੇ ਹਜੇ ਪਿਛਲੇ ਦਿਨੀ ਮਤਲਬ ਕਿ ਜਿਹੜਾ ਸਵੀਡਨ ਨੂੰ ਨਾਟੋ ਦੇ ਵਿੱਚ ਸ਼ਾਮਲ ਕਰਨ ਦੇ ਲਈ ਸਹਿਮਤੀ ਦਿੱਤੀ ਸੀ, ਬੜਾ ਖੁਸ਼ ਸੀਗਾ ਕਿ ਹੁਣ ਮੈਂ ਯੂਰਪੀਅਨ ਯੂਨੀਅਨ ਦਾ ਮੈਂਬਰ ਬਣ ਜਾਊਗਾ। ਤੇ ਹੁਣ ਜਿਹੜਾ ਯੂਰਪੀਅਨ ਕਮਿਸ਼ਨ ਦੇ ਬੁਲਾਰੇ ਨੇ ਇਹ ਕਿਹਾ ਕਿ ਅਗਲੇ ਸਾਲ ਤੁਰਕੀ ਦੇ ਯੂਰਪੀਅਨ ਯੂਨੀਅਨ ਦਾ ਮੈਂਬਰ ਬਣਨ ਦੀ ਕੋਈ ਸੰਭਾਵਨਾ ਨਹੀਂ ਜੀ। ਇਹ ਕੀ ਭਾਣਾ ਵਾਪਰ ਗਿਆ ਜੀ? ਦੇਖੋ, ਇੱਕ ਜਾਨਵਰ ਹੁੰਦਾ ਗਿਰਗਿਟ ਜੀ, ਉਹ ਬੜੇ ਰੰਗ ਬਦਲਦਾ। ਵੈਸੇ ਤਾਂ ਮੈਕੈਨਿਜ਼ਮ ਆ, ਕੁਦਰਤ ਨੇ ਇਹਨੂੰ ਦਿੱਤਾ ਵੀ ਜਿੱਥੇ ਜਿਸ ਤਰੀਕੇ ਦੇ, ਜੇ ਹਰਿਆਲੀ ਦੇ ਵਿੱਚ ਰਹਿੰਦਾ ਤਾਂ ਹਰਾ ਬਣ ਜਾਵੇ, ਤੇ ਸੋਕੇ ਦੇ ਵਿੱਚ ਪਿਆ ਤਾਂ ਉਸ ਤਰ੍ਹਾਂ ਦਾ ਬਣ ਜਾਵੇ, ਤਾਂ ਕਿ ਉਹ ਆਪਣੇ ਨੂੰ ਬਚਾ ਕਰ ਸਕੇ, ਸੁਰੱਖਿਅਤ ਰਹੇ। ਟਰਕੀ ਦੇ ਪ੍ਰਧਾਨ ਜਿਹੜੇ ਐਰਡੋਗਾਨ ਨੇ, ਉਹਨਾਂ ਨੇ ਬੜੇ ਰੂਪ ਬਦਲੇ। ਪਹਿਲਾਂ ਰਸ਼ੀਆ ਤੋਂ ਕੋਈ ਮਦਦ ਲੈਣੀ ਸੀ ਤੇ ਰਸ਼ੀਆ ਦੇ ਨਾਲ ਜਾ ਵੜੇ ਜੀ। ਉਸ ਵੇਲੇ ਜਦੋਂ ਦੁਨੀਆ ਕਹਿੰਦੀ ਸੀ ਕਿ ਰਸ਼ੀਆ ਨੇ ਦੇਖੋ ਹਮਲਾ ਕੀਤਾ ਆ, ਇਹਨਾਂ ਵੱਲ ਇਹਨਾਂ ਦੀ ਗੱਲਬਾਤ ਨਾ ਕਰੋ, ਉਹਨਾਂ ਨੇ ਇੱਥੋਂ ਤੱਕ ਗਏ ਕਿ ਐਕਚੁਅਲੀ ਇਰਾਨ ਦੇ ਵਿੱਚ ਸਮਿਟ ਕੀਤਾ, ਇਰਾਨ ਦੇ ਲੀਡਰ ਪਿਊਟਨ ਤੇ ਐਰਡੋਗਨ ਤਿੰਨਾਂ ਜਾਣਿਆਂ ਨੇ ਫੋਟੋ ਖਿਚਾ ਕੇ ਭੇਜੀ ਦੁਨੀਆ ਨੂੰ ਵੀ ਅਸੀਂ ਤਾਂ ਇਕੱਠੇ ਆ। ਉਹ ਸਮਾਂ ਪੂਰਾ ਹੋ ਗਿਆ। ਹੁਣ ਬਾਅਦ ਦੇ ਵਿੱਚ ਰਸ਼ੀਆ ਵਾਲੇ ਵੀ ਉਹਨਾਂ ਦੇ ਖਿਲਾਫ ਹੋਏ ਸੀ, ਕਿਉਂਕਿ ਇੱਕ ਐਕਸਚੇਂਜ ਕੀਤੀ ਸੀ, ਪ੍ਰਿਜ਼ਨਰ ਐਕਸਚੇਂਜ, ਜਿਹੜੇ ਕਹਿੰਦੇ ਕੈਦੀ ਜਿਹੜੇ ਫੜੇ ਹੋਣੇ ਆ, ਰਸ਼ੀਆ ਵਾਲਿਆਂ ਨੇ ਫੜੇ ਸੀ ਤੇ ਯੂਕਰੇਨ ਵਾਲਿਆਂ ਨੇ ਫੜੇ, ਦੋਹਾਂ ਤਰ੍ਹਾਂ ਦੇ ਫੜੇ ਸੀ। ਰਸ਼ੀਆ ਵਾਲਿਆਂ ਨੇ ਕੁਝ ਯੂਕਰੇਨੀ ਕੈਦੀ ਟਰਕੀ ਨੂੰ ਦੇਤੇ
ਜੀ ਵੀ ਅਸੀਂ ਸਿੱਧੇ ਤੌਰ ਤੇ ਇਹਨਾਂ ਨੂੰ ਨਹੀਂ ਦੇਣੇ, ਪਰ ਤੁਸੀਂ ਆਪਣੀਆਂ ਜੇਲ੍ਹਾਂ ਦੇ ਵਿੱਚ ਰੱਖੋ। ਤੇ ਯੂਕਰੇਨ ਵਾਲੇ ਇਸ ਗੱਲ ਤੇ ਮੰਨਦੇ ਸੀ ਵੀ ਠੀਕ ਹੈ, ਸਾਡੇ ਬੰਦੇ ਤੁਹਾਡੇ ਰਸ਼ੀਆ 'ਚ ਨਹੀਂ ਹੋਣੇ ਚਾਹੀਦੇ, ਤੁਸੀਂ ਮਾਰ ਦਿਓਗੇ ਇਹਨਾਂ ਨੂੰ, ਪਰ ਇਹ ਇੱਕ ਨਿਊਟਰਲ ਕੰਟਰੀ 'ਚ ਹੋਣੇ ਚਾਹੀਦੇ। ਜੀ ਉਹਨਾਂ ਨੇ ਦਿੱਤੇ, ਇਹਨਾਂ ਨੇ ਰੱਖੇ ਵੀ, ਟਰਕੀ ਦੇ ਵਿੱਚ ਰੱਖੇ ਵੀ। ਹੁਣ ਪਿੱਛੇ ਜਾਏ ਖੁਸ਼ ਕਰਨ ਲਈ ਅਮਰੀਕਾ ਵਾਲਿਆਂ ਨੇ ਦਬਕਾ ਮਾਰਿਆ ਹੋਣਾ ਨਾ, ਪਿੱਛੇ ਜਾਏ ਸਮਿਟ ਤੋਂ ਪਹਿਲਾਂ ਦੀ ਗੱਲ ਹੈ ਕਿ ਦੇਖੋ ਤੁਸੀਂ ਨੇਟੋ ਦੇ ਮੈਂਬਰ ਆ, ਤੁਹਾਨੂੰ ਯੂਰਪੀਅਨ ਯੂਨੀਅਨ ਦੀ ਮੈਂਬਰਸ਼ਿਪ ਅਸੀਂ ਲੈ ਕੇ ਦੇ ਦੇਵਾਂਗੇ। ਯੂਰਪੀਅਨ ਯੂਨੀਅਨ ਨੂੰ ਤਾਂ ਮੰਨਣਾ ਜੇ ਤੁਸੀਂ ਯੂਕਰੇਨੀਅਨ ਜਿਹੜੇ ਕੈਦੀ ਆ ਉਹ ਯੂਕਰੇਨ ਨੂੰ ਭੇਜੋ। ਰਸ਼ੀਆ ਦੇ ਖਿਲਾਫ ਕੋਈ ਨਾ ਕੋਈ ਤਾਂ ਲੱਗੇ ਨਾ, ਕੋਈ ਸਟੈਂਡ ਲਿਆ। ਅਜੇ ਤੱਕ ਇਹ ਵਿਊ ਆ ਸਾਡੀ ਵੀ ਤੁਸੀਂ ਪ੍ਰੋ ਰਸ਼ੀਅਨ ਹੋਈ ਜਾਂਦੇ ਆ, ਹਾਲਾਂਕਿ ਨੇਟੋ ਦੇ ਮੈਂਬਰ ਆ, ਤੁਸੀਂ ਯੂਰਪੀਅਨ ਯੂਨੀਅਨ ਦੇ ਮੈਂਬਰ ਬਣਨਾ ਚਾਹੁੰਦੇ ਆ। ਤੇ ਇਹ ਤੁਸੀਂ ਕਹਿ ਲਓ ਕਿ ਇੱਕ ਕੈਰਟ ਡੈਂਗਲ ਕੀਤੀ ਵੀ ਆ ਗਾਜਰ ਪਈ ਆ, ਇਹ ਉਦੋਂ ਮਿਲਣੀ ਆ ਜੇ ਤੁਸੀਂ ਸਾਡੀਆਂ ਗੱਲਾਂ ਸੁਣਨ ਲੱਗੇ। ਤੇ ਨੇਟੋ ਦੀ ਇੱਕ ਸ਼ਰਤ ਇਹ ਵੀ ਸੀ ਕਿ ਤੁਹਾਡੀ ਜਿਹੜੀ ਆਪੋਜੀਸ਼ਨ ਆ ਕਿ ਸਵੀਡਨ ਨੇਟੋ ਦਾ ਮੈਂਬਰ ਬਣੇ, ਤੇ ਉਹ ਵੀ ਡ੍ਰੌਪ ਕਰੋ, ਕਿਉਂਕਿ ਫਿਨਲੈਂਡ ਵਾਲੀ ਪਹਿਲਾਂ ਇਹਨਾਂ ਨੇ ਆਪੋਜੀਸ਼ਨ ਕੀਤੀ ਸੀ, ਉਦੋਂ ਬਾਅਦ ਤਾਂ ਪੈਸੇ ਲੈ ਕੇ ਥੋੜੇ ਜਿਹੇ ਹਥਿਆਰ ਦਿੱਤੇ ਇਹਨਾਂ ਨੇ। ਮਤਲਬ ਸੌਦਾ ਕਰਦੇ ਆ, ਇਕੱਲਾ ਇਹ ਵੈਸੇ ਹੀ ਨਹੀਂ ਦਿੰਦੇ। ਜਦੋਂ ਕਹਿੰਦੇ ਇਹਨੇ ਮਨ ਬਦਲਿਆ, ਮਨ ਵੀ ਬਦਲਦੇ ਆ, ਕੋਈ ਰੀਜ਼ਨ ਹੁੰਦਾ ਉਦੋਂ। ਇਹਨਾਂ ਨੇ ਮਨ ਬਦਲਿਆ ਕਿਉਂਕਿ ਨੇਟੋ ਨੇ ਕੁਝ ਹਥਿਆਰ ਦਿੱਤੇ ਉਹਨਾਂ ਨੂੰ। ਮਨ ਬਦਲਣ ਵਾਲੀ ਵੀ ਸਵਿਚ ਹੈਗੀ ਹੈ। ਤੇ ਸਵੀਡਨ ਦਾ ਦੇਖੋ ਚੱਕਰ ਇਹਨਾਂ ਨੇ ਕੀ ਪਾਇਆ, ਉੱਥੇ ਜਿਹੜਾ ਕੋਈ ਆਪੋਜੀਸ਼ਨ ਰਾਈਟ ਵਿੰਗ ਪਾਰਟੀ ਦਾ ਲੀਡਰ ਸੀ, ਉਹਨੇ ਇੱਕ ਵਾਰੀ ਨਹੀਂ ਕਈ ਵਾਰੀ ਕੁਰਾਨ ਜਾ ਕੇ ਇਹਨਾਂ ਦੀ ਐਮਬੈਸੀ ਦੇ ਮੂਹਰੇ ਜਾ ਕੇ ਜਾਲੀ। ਤੇ ਇਹ ਕਹਿੰਦੇ ਜੀ ਅਸੀਂ ਤਾਂ ਸੱਚੇ ਮੁਸਲਮਾਨ ਆ, ਅਸੀਂ ਇਹਨਾਂ ਨਾਲ ਗੱਲ ਹੀ ਨਹੀਂ ਕਰਨੀ, ਇਹ ਉਹਨੂੰ ਫੜਦੇ ਨਹੀਂ, ਇਹ ਆ ਨਹੀਂ ਕਰਦੇ। ਕਿੰਨੇ ਕੁ ਸੱਚੇ ਮੁਸਲਮਾਨ ਆ, ਕਿੰਨੇ ਕੁ ਸੱਚੇ ਕ੍ਰਿਸਚੀਅਨ ਆ, ਉਦੋਂ ਲੋਕਾਂ ਦਾ ਪਤਾ ਲੱਗ ਜਾਂਦਾ ਜਦੋਂ ਹਿੱਤ ਆਉਂਦੇ ਆਪਣੇ ਸਾਹਮਣੇ। ਆਪਣਾ ਹਿੱਤ ਆਇਆ, ਉਹਨਾਂ ਨੇ ਡੈਂਗਲ ਕੀਤਾ ਫੇਰ ਕਿ ਯੂਰਪੀਅਨ ਯੂਨੀਅਨ ਦੀ ਮੈਂਬਰਸ਼ਿਪ ਤੁਹਾਨੂੰ ਅਸੀਂ ਦੇ ਦੇਵਾਂਗੇ ਜੇ ਤੁਸੀਂ ਨੇਟੋ ਇਹਨਾਂ ਨੂੰ ਸਵੀਡਨ ਨੂੰ ਨੇਟੋ ਜਿਹੜੀ ਤੁਹਾਡੀ ਵੀਟੋ ਆ ਉਹ ਨਾ ਯੂਜ਼ ਕਰੋ, ਇਹਨੂੰ ਠੀਕ ਹੈ, ਇਹਨੂੰ ਵੜ ਲੈਣ ਦਿਓ ਇਹਨੂੰ। ਫੇਰ ਇਹਨਾਂ ਦੀ ਕੁਰਾਨ ਬਰਨਿੰਗ ਕਿੱਧਰ ਗਈ, ਫੇਰ ਸੱਚੇ ਮੁਸਲਮਾਨ ਕਿੱਥੋਂ ਚੱਲ ਗਏ। ਉਹਨਾਂ ਨੂੰ ਇਹਨਾਂ ਨੇ ਆਪੋਜੀਸ਼ਨ ਬੰਦ ਕੀਤੀ, ਸਵੀਡਨ ਬਣ ਗਿਆ, ਮੈਂਬਰਸ਼ਿਪ ਲੈ ਲਈ। ਤੇ ਹੁਣ ਦੇਖ ਲਓ ਹਾਲੇ ਮਹੀਨਾ ਨਹੀਂ ਹੋਇਆ ਹੋਣਾ ਉਸ ਗੱਲ ਨੂੰ, ਤੇ ਯੂਰਪੀਅਨ ਯੂਨੀਅਨ ਵਾਲੇ ਉਹੀ ਮੁੱਕਰ ਗਏ। ਉਹ ਕਹਿੰਦੇ ਕਿ ਨਹੀਂ, ਤੁਸੀਂ ਇੰਨੀ ਛੇਤੀ ਨਹੀਂ ਬਣ ਸਕਦੇ ਸਾਡੇ ਮੈਂਬਰ। ਜਿਹੜੇ ਬੰਦੇ ਕਹਿੰਦੇ ਸੀ ਕਿ ਤੁਸੀਂ ਸਵੀਡਨ ਨੂੰ ਦੀ ਨੇਟੋ ਵਿੱਚ ਮੈਂਬਰਸ਼ਿਪ ਦੀ ਰੋਕ ਜਿਹੜੀ ਲਾਈ ਹੈ ਉਹ ਛੱਡੋ, ਅਸੀਂ ਤੁਹਾਨੂੰ ਯੂਰਪੀਅਨ ਯੂਨੀਅਨ ਦੇ ਮੈਂਬਰ ਬਣਾ ਦਾਂਗੇ। ਇਹ ਅੱਜ ਦੀ ਨਹੀਂ ਇਹਨਾਂ ਦੀ ਐਪਲੀਕੇਸ਼ਨ ਕੀਤੀ, ਕਈ ਸਾਲ ਹੋ ਗਏ ਇਹਨਾਂ ਨੂੰ ਐਪਲੀਕੇਸ਼ਨ ਕੀਤੇ ਨੂੰ, ਤੇ ਉਹਨਾਂ ਨੇ ਇਹਨੂੰ ਅਜੇ ਤਾਈਂ ਯੂਰਪੀਅਨ ਯੂਨੀਅਨ ਦਾ ਮੈਂਬਰ ਨਹੀਂ ਬਣਾਇਆ। ਹੁਣ ਹਾਲਾਂਕਿ ਉਹਨਾਂ ਨੇ ਵਾਅਦਾ ਵੀ ਕੀਤਾ ਸੀ ਪਰ ਫੇਰ ਵੀ ਵਾਅਦੇ ਤੋਂ ਮੁੱਕਰ ਗਏ। ਤੁਸੀਂ ਦੇਖਿਓ ਹੁਣ ਐਰਡੋਗਨ ਫੇਰ ਦੁਬਾਰਾ ਗੱਲਾਂ ਕਰਨਗੇ ਕਿ ਰਸ਼ੀਆ ਵਾਲਿਆਂ ਨੂੰ ਆਹ ਨਹੀਂ ਕਰਨਾ ਚਾਹੀਦਾ, ਯੂਕਰੇਨ ਵਾਲਿਆਂ ਨੂੰ ਆਹ ਨਹੀਂ ਕਰਨਾ ਚਾਹੀਦਾ। ਹੁਣ ਯੂਕਰੇਨ ਦੇ ਖਿਲਾਫ ਬੋਲਣਗੇ। ਮਤਲਬ ਗਿਰਗਟ ਨੇ ਰੰਗ ਬਦਲਦੇ ਰਹਿਣਾ। ਬਿਲਕੁਲ ਬਿਲਕੁਲ। ਡਾਕਟਰ ਸਾਹਿਬ, ਅਗਲੇ ਹਫ਼ਤੇ ਸੇਂਟ ਪੀਟਰਸਬਰਗ ਦੇ ਵਿੱਚ ਹੋਣ ਵਾਲੀ ਰੂਸ ਅਫਰੀਕਾ ਸਿਖਰ ਸੰਮੇਲਨ ਦੇ ਵਿੱਚ 49 ਦੇਸ਼ਾਂ ਨੇ ਸਹਿਮਤੀ ਦਿੱਤੀ ਹੈ ਜੀ, ਵੀ ਪੁਸ਼ਟੀ ਕਰਤੀ ਕਿ ਅਸੀਂ ਹਿੱਸਾ ਲਵਾਂਗੇ ਜੀ। ਇਹ ਕੋਈ ਨਵੀਂ ਸਫ਼ਰਬੰਦੀ ਹੋ ਰਹੀ ਹੈ ਜੀ? ਡਿਪਲੋਮੈਟਿਕਲੀ ਦੇਖੋ ਦੁਨੀਆ ਦੇ ਵਿੱਚ ਅੱਜ ਕੱਲ ਇਹ ਵੀ ਚੱਲ ਰਿਹਾ ਕਿ ਕਿਹੜੇ ਮੁਲਕ ਆ ਜਿਹੜੇ ਪੱਕੇ ਯੂਐਸ ਦੇ ਨਾਲ ਆ, ਯੂਰਪੀਅਨ ਯੂਨੀਅਨ ਦੇ ਨਾਲ ਆ, ਤੇ ਕਿਹੜੇ ਮੁਲਕ ਆ ਜਿਹੜੇ ਰਸ਼ੀਆ ਦੇ ਨਾਲ ਆ, ਚੀਨ ਦੇ ਨਾਲ ਆ, ਨਿਊਟਰਲ ਆ। ਜਿਹੜੇ ਕਈ ਮੁਲਕ ਇਦਾਂ ਦੇ ਵੀ ਆ ਜਿਹੜੇ ਕਹਿੰਦੇ ਕਿ ਅਸੀਂ ਨਾ ਉਹਨਾਂ ਆ ਨਾ ਉਹਨਾਂ। ਤੇ ਇਹ ਅਫਰੀਕਾ ਦੇ ਵਿੱਚ ਕਿਉਂਕਿ ਕਲੋਨੀਅਲ ਕੰਟਰੀਜ਼ ਰਹੀਆਂ, ਯੂਰਪੀਅਨ ਕੰਟਰੀਜ਼ ਇਹ ਸਮਝਦੀਆਂ ਕਿ ਸਾਡੇ ਅੰਗੂਠੇ ਦੇ ਥੱਲੇ ਆ। ਨੈਦਰਲੈਂਡ ਨੇ ਵੀ ਰੂਲ ਕੀਤਾ ਉਹਨਾਂ ਤੇ, ਜਰਮਨੀ ਵਾਲਿਆਂ ਨੇ ਵੀ ਕੀਤਾ, ਸਪੇਨ ਵਾਲਿਆਂ ਨੇ ਕੀਤਾ, ਪੋਰਚੁਗਲ ਨੇ ਕੀਤਾ, ਇੰਗਲੈਂਡ ਵਾਲਿਆਂ ਨੇ ਕੀਤਾ, ਫਰਾਂਸ ਵਾਲਿਆਂ ਨੇ ਕੀਤਾ। 54 ਮੁਲਕ ਆ ਅਫਰੀਕਾ ਦੇ, ਤੇ 54 ਤੇ ਸਮਝਦੇ ਵੀ ਸਾਡੀ ਸਰਦਾਰੀ ਆ। ਅਮਰੀਕਨਜ਼ ਹਮੇਸ਼ਾ ਹੀ ਉਹਨਾਂ ਨੂੰ ਕਹਿੰਦੇ ਸੀ ਕਿ ਤੁਸੀਂ ਸੈਂਕਸ਼ਨ ਲਾਓ। ਯੂਰਪੀਅਨ ਯੂਨੀਅਨ ਵੀ ਕਹਿੰਦੀ ਸੀ ਕਿ ਅਸੀਂ ਸੈਂਕਸ਼ਨ ਲਾਤੇ ਯੂਐਸ ਦੇ ਰਸ਼ੀਆ ਦੇ ਖਿਲਾਫ, ਤੇ ਤੁਸੀਂ ਵੀ ਸੈਂਕਸ਼ਨ ਲਾਓ। ਪਰ ਉਹ ਕਦੇ ਮੰਨੇ ਨਹੀਂ। ਉਹ ਕਹਿੰਦੇ ਦੇਖੋ ਸਾਡੇ ਹਿੱਤ ਦੇ ਵਿੱਚ ਜੋ ਹੋਵੇ ਵੀ ਅਸੀਂ ਉਹ ਕੁਝ ਕਰਾਂਗੇ।
ਜੀ ਜੇ ਅੱਜ ਕੱਲ ਸਾਨੂੰ ਸਸਤਾ ਆਇਲ ਮਿਲਦਾ ਆ, ਸਸਤਾ ਗੈਸ ਮਿਲਦਾ, ਅਸੀਂ ਲਵਾਂਗੇ। ਜਿਹੜੀ ਵੀ ਚੀਜ਼ ਐਕਸਪੋਰਟ ਕਰਦੇ ਰਸ਼ੀਆ ਵਾਲੇ ਅਸੀਂ ਲਵਾਂਗੇ। ਅਸੀਂ ਇਹੀ ਦੇਖਾਂ ਜਿੱਦਾਂ ਤੁਸੀਂ ਦੇਖਦੇ ਆ ਕਿ ਕੀ ਚੀਜ਼ ਆ ਜਿਹੜੀ ਤੁਹਾਡੀ ਕੰਟਰੀ ਲਈ ਗੁੱਡ ਆ। ਅਮਰੀਕਾ ਵਾਲੇ ਵੀ ਇਹੀ ਦੇਖਦੇ ਆ। ਬਿਲਕੁਲ। ਅਮਰੀਕਾ ਵਾਲੇ ਤੁਸੀਂ ਫਰਟੀਲਾਈਜ਼ਰ ਤੁਸੀਂ ਟ੍ਰੇਡ ਕਰਦੇ ਹੀ ਆ। ਜਿਹੜੀਆਂ ਚੀਜ਼ਾਂ ਤੁਹਾਨੂੰ ਚਾਹੀਦੀਆਂ ਹੁੰਦੀਆਂ ਕਰਦੇ ਆ ਟ੍ਰੇਡ। ਕਿੱਧਰ ਗਏ ਸੈਂਕਸ਼ਨ ਉਦੋਂ? ਇਦਾਂ ਹੀ ਯੂਰਪੀਅਨ ਮੁਲਕਾਂ ਵਾਲੇ ਜਿਹੜੀਆਂ ਚੀਜ਼ਾਂ ਉਹਨਾਂ ਨੂੰ ਚਾਹੀਦੀਆਂ ਦੂਜਿਆਂ ਨੂੰ ਦੱਸਣ ਵਾਲੇ ਹੈਗੇ ਆ ਕਿ ਅਫਰੀਕਾ ਵਾਲੇ ਨਾ ਲਾਓ, ਇੰਡੀਆ ਵਾਲੇ ਨਾ ਲਾਓ, ਚੀਨ ਵਾਲੇ ਨਾ। ਉਹ ਕਹਿੰਦੇ ਵੀ ਜਿਹੜੀ ਚੀਜ਼ ਸਾਨੂੰ ਚਾਹੀਦੀ ਆ ਅਸੀਂ ਉਹਦਾ ਟ੍ਰੇਡ ਕਰਾਂਗੇ। ਤੇ ਹੁਣ ਇਹ ਡਿਪਲੋਮੈਟਿਕ ਮੂਵ ਵੀ ਹੈ ਇੱਕ। ਰਸ਼ੀਆ ਵਾਲਿਆਂ ਨੇ ਕਿਹਾ ਵੀ ਸਮਿਟ ਮੀਟਿੰਗ ਕਰਦੇ ਆ। ਸਮਿਟ ਦਾ ਮਤਲਬ ਹੈ ਜਿਹਦੇ ਵਿੱਚ ਹੈਡਸ ਆਫ ਦੀ ਗਵਰਨਮੈਂਟ ਹੋਣਗੇ ਜਾਂ ਹੈਡਸ ਆਫ ਦੀ ਸਟੇਟ ਹੋਣਗੇ ਜੀ, ਪ੍ਰਧਾਨ ਮੰਤਰੀ ਹੋਣਗੇ ਜਾਂ ਪ੍ਰਧਾਨ ਹੋਣਗੇ ਜੀ। ਤੇ ਉਹਨਾਂ ਦੀ ਮੀਟਿੰਗ ਸੇਂਟਬਰਗ, ਇਹਨੂੰ ਲੈਨਿਨਗ੍ਰਾਡ ਪਹਿਲਾਂ ਕਹਿੰਦੇ ਹੁੰਦੇ ਸੀ, ਸੇਂਟ ਪੀਟਰਸਬਰਗ ਨੂੰ ਜੀ। ਤੇ ਉੱਥੇ ਮੀਟਿੰਗ ਹੋਊਗੀ ਤੇ ਯੂਐਸ ਨੇ ਉਸ ਮੀਟਿੰਗ ਤੇ ਮੀਟਿੰਗ ਤਾਂ ਉਹ ਇਸ ਕਰਕੇ ਕਰਾ ਰਹੇ ਆ ਕਿ ਯੂਐਸ ਨੂੰ ਦਿਖਾਉਣ ਲਈ, ਯੂਰਪੀਅਨ ਯੂਨੀਅਨ ਨੂੰ ਦਿਖਾਉਣ ਲਈ ਵੀ ਦੇਖੋ ਸਾਡੇ ਨਾਲ ਵੀ ਮੁਲਕ ਹੈਗੇ ਆ ਜਿਨ੍ਹਾਂ ਨੂੰ ਸਾਦੇ ਆ ਉਹ ਆਉਂਦੇ ਆ। ਤੇ ਇਹਨਾਂ ਨੇ ਬੜੀ ਕੋਸ਼ਿਸ਼ ਕੀਤੀ, ਬੜਾ ਪ੍ਰੈਸ਼ਰ ਪਾਇਆ ਵੀ ਹਰ ਇੱਕ ਮੁਲਕ ਤੇ ਵੀ ਤੁਸੀਂ ਉਹਨਾਂ ਦੇ ਨਾ ਜਾਓ। ਇਹਦੇ ਬਾਵਜੂਦ ਵੀ ਅਜੇ ਤੱਕ 49 ਮੁਲਕਾਂ ਨੇ ਹਾਂ ਕਰ ਦਿੱਤੀ ਹੈ। 54 ਦੇ ਵਿੱਚੋਂ ਹੁਣ 5 ਰਹਿੰਦੇ ਆ। ਬਾਕੀ ਕਿੰਨੇ ਜਾਂਦੇ ਆ ਕਿੰਨੇ ਨਹੀਂ ਜਾਂਦੇ ਉਹ ਤਾਂ ਬਾਅਦ ਦੇ ਵਿੱਚ ਹੀ ਪਤਾ ਲੱਗੂਗਾ। ਬਿਲਕੁਲ ਬਿਲਕੁਲ ਜੀ। ਜਿਹੜੇ ਜਦੋਂ ਨੰਬਰਸ ਆਏ ਕਿ ਸਮਿਟ ਕੀ ਹੋਇਆ, ਫਿਰ ਇਸ਼ੂ ਹੋਣੀ ਆ ਕਿ ਸਮਿਟ ਦੇ ਵਿੱਚ ਪਹਿਲੀ ਤਾਂ ਗੱਲ ਹੈ ਵੀ ਕਿਹੜੇ ਕਿਹੜੇ ਬੰਦੇ ਆਏ, ਸੈਕੰਡਲੀ ਵੀ ਉਹਨਾਂ ਨੇ ਕੀ ਡਿਸਕਸ਼ਨ ਕੀਤੀ ਆ ਜੀ। ਕਮਿਊਨੀਕੇ ਜਿਹੜੇ ਜਦੋਂ ਵੀ ਸਮਿਟ ਹੁੰਦਾ ਆ ਇੱਕ ਕਮਿਊਨੀਕੇ ਦਿੰਦੇ ਆ, ਪ੍ਰੈਸ ਰਿਲੀਜ਼ ਦਿੰਦੇ ਆ ਜਿਹਦੇ ਤੇ ਜਿਹੜੀਆਂ ਗੱਲਾਂ ਤੇ ਉਹ ਸਹਿਮਤ ਹੁੰਦੇ ਆ ਜੀ ਉਹ ਦੱਸੀਆਂ ਜਾਂਦੀਆਂ ਵੀ ਇਹਨਾਂ ਗੱਲਾਂ ਤੇ ਸਾਡੀ ਸਹਿਮਤੀ ਪ੍ਰਗਟ ਹੋ ਗਈ ਆ। ਤੇ ਕੋਸ਼ਿਸ਼ ਆਬਵੀਅਸਲੀ ਇਹਨਾਂ ਦੀ ਇਹੀ ਆ। ਅਜੇ ਵੀ ਭਾਵੇਂ ਉਹਨਾਂ ਨੇ ਹਾਂ ਵੀ ਕੀਤੀ ਆ ਜਾਣ ਦੀ, ਅਜੇ ਇਹ ਨਹੀਂ ਕਿਹਾ ਉਹਨਾਂ ਨੇ ਚਲੇ ਨਹੀਂ ਗਏ, ਸਮਝ ਨਹੀਂ ਹੋਇਆ ਜੀ। ਪਰ ਅਜੇ ਵੀ ਕੁਝ ਦੇਸ਼ਾਂ ਨੂੰ ਕੋਸ਼ਿਸ਼ ਕਰਦੇ ਆ ਕਿ ਇਹ ਮੁੱਕਰ ਜਾਣ ਜੀ, ਕਿਉਂਕਿ ਜੇ 49 ਦੇ 49 ਹੀ ਉੱਥੇ ਜਾਂਦੇ ਆ ਇਹ ਬਹੁਤ ਵੱਡੀ ਡਿਪਲੋਮੈਟਿਕ ਇੱਕ ਵਿਕਟਰੀ ਹੈ ਰੂਸ ਦੀ। ਬਿਲਕੁਲ ਕਿ ਦੇਖੋ 54 ਮੁਲਕਾਂ ਚੋਂ ਅਸੀਂ 49 ਆਪਣੇ ਕੋਲ ਲੈ ਆਂਦੇ। ਇਹਨਾਂ 49 ਨੇ ਤੁਹਾਡੇ ਨਹੀਂ ਜਾਣਾ, ਤੁਹਾਡੀ ਇੰਨੀ ਤਾਕਤ ਹੈ ਨਹੀਂ। ਹਾਲਾਂਕਿ ਤੁਸੀਂ 200 ਸਾਲ ਇਹਨਾਂ ਤੇ ਕੰਟਰੋਲ ਕੀਤਾ, ਇਹਨਾਂ ਦੀ ਕਲੋਨੀਅਲ ਮਾਸਟਰ ਤੁਸੀਂ ਹੁੰਦੇ ਸੀ ਜੀ। ਬਹੁਤੇ ਮੁਲਕਾਂ ਨੂੰ ਤਾਂ ਵੈਸੇ ਯੂਰਪੀਅਨ ਯੂਨੀਅਨ ਦੇ ਨਾਲ, ਅਮਰੀਕਾ ਦੇ ਨਾਲ ਇਹ ਵੀ ਤੰਗੀ ਆ ਵੀ ਇਹਨਾਂ ਦੇਸ਼ਾਂ ਨੇ ਸਾਨੂੰ ਇੰਨਾ ਲੁੱਟਿਆ, ਅਜੇ ਤਾਂ ਹੀ ਲੁੱਟ ਰਹੇ ਆ, ਤਾਂ ਇਹਦਾ ਕੰਪਨਸੇਸ਼ਨ ਕੋਈ ਨਹੀਂ ਜੀ। ਅਜੇ ਵੀ ਜੇ ਕੋਈ ਅਸੀਂ ਪਾਲਿਸੀ ਪਰਸੂ ਕਰਦੇ ਸਾਨੂੰ ਦੱਸਣ ਆਉਂਦੇ ਆ ਵੀ ਆਹ ਤੁਹਾਡੇ ਹਿੱਤ ਦੇ ਵਿੱਚ ਆ, ਆਹ ਤੁਹਾਡੇ ਹਿੱਤ ਦੇ ਵਿੱਚ ਨਹੀਂ ਹੈ। ਬਿਲਕੁਲ। ਜੇ ਤੁਸੀਂ ਪੂਰੇ ਆਜ਼ਾਦ ਐਕਚੁਅਲੀ ਫੰਕਸ਼ਨ ਕਰਨਾ ਹੈ। ਹੁਣ ਇਹਨਾਂ ਦੀ ਐਬਸੈਂਸ ਦੇ ਵਿੱਚ ਯੂਰਪੀਅਨ ਯੂਨੀਅਨ ਨੇ ਉਹੀ ਪੁਰਾਣਾ ਰਵੱਈਆ ਰੱਖਿਆ ਵੀ ਠੀਕ ਹੈ ਇਹ ਤਾਂ ਸਾਡੀ ਲੱਤ ਦੇ ਥੱਲੇ ਹੁੰਦੇ ਸੀ। ਅਮਰੀਕਾ ਵਾਲਿਆਂ ਨੇ ਦੱਸਿਆ ਵੀ ਚਲੋ 50ਵੇਂ 60ਵੇਂ 70ਵੇਂ ਤੇ ਸਾਡੀ ਲੱਤ ਦੇ ਥੱਲੇ ਹੁੰਦੇ ਸੀ। ਹੁਣ ਤੁਸੀਂ ਦੇਖਿਓ ਜ਼ਿਆਦਾ ਇਨਵੈਸਟਮੈਂਟ ਉੱਥੇ ਚੱਲ ਰਹੀ ਹੈ ਚੀਨ ਦੀ, ਦੂਜੇ ਨੰਬਰ ਤੇ ਚੱਲ ਰਹੀ ਇੰਡੀਆ ਦੀ ਜੀ। ਰਸ਼ੀਆ ਵਾਲੇ ਵੀ ਐਕਟਿਵ ਆ ਪਰ ਸਭ ਤੋਂ ਜ਼ਿਆਦਾ ਐਕਟਿਵ ਚੀਨ ਤੇ ਇੰਡੀਆ ਹੈ। ਪਿੱਛੇ ਜੈ ਸ਼ੰਕਰ ਹੁਣੀ ਆਏ ਵੀ ਸੀ ਤੰਜ਼ਾਨੀਆ ਦੇ ਵਿੱਚ ਜੀ ਗਏ ਸੀ ਤੇ ਉਹਨਾਂ ਨੇ ਐਜੂਕੇਸ਼ਨ ਦੀ ਥੋੜੀ ਜਿਹੀ ਐਕਸਚੇਂਜ ਤੇ ਵੀ ਗੱਲ ਕੀਤੀ, IIT ਸ਼ੁਰੂ ਕਰਨਗੇ। ਸਟੂਡੈਂਟਸ ਤੁਸੀਂ ਵੀ ਦੇਖਿਆ ਹੋਣਾ ਉੱਥੇ ਇੰਡੀਆ ਦੇ ਵਿੱਚ ਜਿਹੜੇ ਬਹੁਤ ਸਾਰੀਆਂ ਯੂਨੀਵਰਸਿਟੀਜ਼ ਦੇ ਵਿੱਚ ਅਫਰੀਕਨ ਸਟੂਡੈਂਟਸ ਹੁੰਦੇ ਆ। ਪਹਿਲਾਂ PAU ਭਰੀ ਪਈ ਹੁੰਦੀ ਸੀ ਕਿਉਂਕਿ PAU ਦੇ ਵਿੱਚੋਂ ਖੇਤੀਬਾੜੀ ਸਪਲਾਈ ਐਕਸਪਰਟ ਜਿਹੜੇ ਬਣਾ ਕੇ ਭੇਜਦੇ ਹੁੰਦੇ ਸੀ ਉਹ ਜਾਂਦੇ ਹੁੰਦੇ ਸੀ। ਹੁਣ ਆਪੋਜੀਸ਼ਨ ਵੀ ਉੱਥੇ ਕਈ ਸਿਟੀਜ਼ ਦੇ ਵਿੱਚ ਕਰਦੇ ਆ ਵੀ ਇਹ ਅਫਰੀਕਨ ਸਟੂਡੈਂਟ ਕਿਉਂ ਆਏ ਆ, ਪਰ ਨਾਲ ਦੀ ਨਾਲ ਤੁਸੀਂ ਦੇਖੋ ਵੀ ਹਿੰਦੁਸਤਾਨ ਦੀ ਸਰਕਾਰ ਨੂੰ ਤਾਂ ਇੰਟਰਨੈਸ਼ਨਲ ਲੈਵਲ ਤੇ ਸੋਚਣਾ ਪੈਂਦਾ ਨਾ। ਉਹ ਕੱਲੀ ਸਿਟੀ ਦੀ ਥੋੜਾ ਸੁਣ ਸਕਦੇ ਆ। ਪੰਜਾਬੀ ਯੂਨੀਵਰਸਿਟੀ 'ਚ ਵੀ ਹੁਣ ਤਾਂ ਬਹੁਤ ਹੈਗੇ ਜੀ। ਚੰਡੀਗੜ੍ਹ ਦੇ ਵਿੱਚ ਲੋਕੀ ਅਗੇਂਸਟ ਹੋਏ ਹੁੰਦੇ ਆ ਵੀ ਇਹਨਾਂ ਨੂੰ ਕੱਢੋ ਜੀ, ਪਰ
ਅੰਡਰਸਟੈਂਡਿੰਗ ਦੀ ਗੱਲ ਲੋੜ ਆ ਵੀ ਜਿਹੜਾ ਹਿੰਦੁਸਤਾਨ ਜੋ ਕੁਝ ਕਰ ਰਿਹਾ ਉਹ ਤਾਂ ਇੰਟਰਨੈਸ਼ਨਲ ਪੱਧਰ ਤੇ ਕਰ ਰਿਹਾ। ਬਿਲਕੁਲ ਉਹਨਾਂ ਨੂੰ ਇਹ ਮਜਬੂਰੀ ਵੀ ਆ ਵੀ ਇਹ ਵੀ ਦਿਖਾੜੇ ਅਫਰੀਕਾ ਦੇ ਨੇਸ਼ਨਸ ਨੂੰ, ਉਹਨਾਂ ਦੇ ਦੇਸ਼ਾਂ ਨੂੰ, ਵੀ ਤੁਹਾਡੇ ਬੰਦੇ ਸਾਡੇ ਆ ਕੇ ਪੜ ਸਕਦੇ ਜੀ। ਸਾਡੇ ਕੋਲ ਇੰਸਟੀਟਿਊਸ਼ਨਸ ਹੈਗੀਆਂ, ਸਾਡੇ ਕੋਲ ਜਿਹੜੀਆਂ ਬੈਟਰ ਇੰਸਟੀਟਿਊਸ਼ਨਸ ਆ ਜੀ ਜਿਹੜੀਆਂ ਤੁਹਾਨੂੰ ਐਜੂਕੇਸ਼ਨ ਦੇ ਸਕਦੀਆਂ। ਤੇ ਉਹਨਾਂ ਨੇ ਇੱਕ ਸਿਟੀ ਦੀ ਥੋੜਾ ਸੁਣਨੀ ਹੈ। ਬਿਲਕੁਲ ਤੇ ਜਿੱਦਾਂ ਹੁਣ ਐਗਰੀਕਲਚਰ ਦੇ ਵਿੱਚ ਪਿੱਛੇ ਜਾਏ ਜਿਹੜੇ ਫਾਰਮ ਲਾਅ ਸੀ ਉਹਨਾਂ ਦੇ ਵਿੱਚ ਕੁਝ ਗੱਲਾਂ ਜਿਹੜੀਆਂ ਹਿੰਦੁਸਤਾਨ ਦੀ ਸਰਕਾਰ ਨੂੰ, ਕਿਉਂਕਿ ਇੰਟਰਨੈਸ਼ਨਲੀ ਜੋ ਕੁਝ ਸਾਈਨ ਕੀਤਾ ਉਹਨਾਂ ਦਾ ਕਰਕੇ ਕਰਨੀਆਂ ਪੈਣੀਆਂ। ਬਿਲਕੁਲ ਬਹੁਤ ਜ਼ੋਰ ਪਾਉਂਦੇ ਆ ਇੰਟਰਨੈਸ਼ਨਲੀ ਕਿ ਤੁਸੀਂ ਇਦਾਂ ਦੀਆਂ ਸਬਸਿਡੀਜ਼ ਨਹੀਂ ਦੇ ਸਕਦੇ। ਦਾ MSP ਆ, ਇਹ ਇੰਟਰਨੈਸ਼ਨਲ ਡਿਮਾਂਡ ਆ। ਵਰਲਡ ਬੈਂਕ, IMF ਜਿੰਨੀਆਂ ਵੀ ਬੈਂਕਸ ਆ ਰੌਲਾ ਪਾਉਂਦੀਆਂ ਵੀ ਤੁਸੀਂ ਸਬਸਿਡੀ, ਇਹ ਇੱਕ ਕਿਸਮ ਦੀ ਸਬਸਿਡੀ ਆ ਜੀ। ਮਿਨੀਮਮ ਸਪੋਰਟ ਪ੍ਰਾਈਸ ਤੁਸੀਂ ਦਿੰਦੇ ਆ। ਉਹ ਕਹਿੰਦੇ ਆ ਮਾਰਕੀਟ ਡਿਸਾਈਡ ਕਰੇ, ਮਾਰਕੀਟ ਫੈਸਲਾ ਕਰੇ ਵੀ ਇਹਦੀ ਪ੍ਰਾਈਸ ਤਾਂ ਨੂੰ ਜਾਣੀ ਕਿ ਥੱਲੇ ਨੂੰ ਜਾਣੀ ਆ। ਹੁਣ ਮਾਰਕੀਟ ਦੇ ਵਿੱਚ ਉਹਦੇ ਚੰਗੇ ਵੀ ਆ ਸਕਦੇ ਆ, ਮਾੜੇ ਵੀ ਆ ਸਕਦੇ। ਬਿਲਕੁਲ। ਪਰ ਪਹਿਲਾਂ 1967 ਤੋਂ ਪਹਿਲਾਂ ਮਾਰਕੀਟ ਪ੍ਰਾਈਸ ਹੀ ਮਿਲਦੀ ਹੁੰਦੀ ਸੀ, ਉਦੋਂ MSP ਹੁੰਦੀ ਨਹੀਂ ਸੀ। ਜੇ ਮਾਰਕੀਟ ਪ੍ਰਾਈਸ ਤੇ ਸਦੀਆਂ ਲੋਕੀ ਜੀ ਸਕਦੇ ਸੀ ਤਾਂ ਹੁਣ ਪਿਛਲੇ ਕਿੰਨੇ ਹੋਏ ਆ 55 ਸਾਲਾਂ ਦੇ ਵਿੱਚ ਸਭ ਕੁਝ ਬਦਲ ਗਿਆ। ਤਾਂ ਇਹ ਇਦਾਂ ਪੇਸ਼ ਕਰਦੇ ਆ ਵੀ ਜੇ ਹੁਣ ਆਹ ਬਦਲਤਾ ਤਾਂ ਪਰਲੋ ਹੋ ਜਾਣੀ ਆ। ਪਰਲੋ ਨਹੀਂ ਹੁੰਦੀ ਕਦੇ ਵੀ। 55 ਸਾਲ ਤੋਂ ਪੁਰਾਣੀ ਗੱਲ ਸੋਚ ਕੇ ਦੇਖ ਲਓ ਵੀ ਇਹ ਮਾਰਕੀਟ ਪ੍ਰਾਈਸ ਹੀ ਹੁੰਦੀ ਸੀ ਜਿਹੜੀ ਡਿਟਰਮਨ ਕਰਦੀ ਸੀ। ਵੱਡੀਆਂ ਵੱਡੀਆਂ ਕੰਪਨੀਆਂ ਨੇ ਆਉਣਾ ਹੀ ਆਉਣਾ ਹੈ। ਬਿਲਕੁਲ। ਇਹ ਲਾਅ ਆਫ ਨੇਚਰ ਆ, ਲਾਅ ਆਫ ਕੈਪੀਟਲਿਜ਼ਮ ਆ। ਛੋਟੀਆਂ ਤੋਂ ਵੱਡੀਆਂ ਕੰਪਨੀਆਂ ਬਣੀਆਂ, ਇੰਟਰਨੈਸ਼ਨਲ ਕੰਪਨੀਆਂ ਬਣੀਆਂ, ਉਹਨਾਂ ਨੇ ਐਕਚੁਅਲੀ ਇਜ਼ਾਰੇਦਾਰੀ ਕਰਨੀ। ਉਹਨਾਂ ਦੀ ਇਜ਼ਾਰੇਦਾਰੀ ਇੰਡਸਟਰੀਅਲ ਗੁੱਡਸ ਤੇ ਵੀ ਆ ਜੀ, ਉਹਨਾਂ ਨੇ ਐਗਰੀਕਲਚਰ ਤੇ ਵੀ ਇਦਾਂ ਹੀ ਕਰਨੀ ਆ। ਇੱਥੇ US ਦੇ ਵਿੱਚ ਦੇਖ ਲਓ ਕਿ 2-3 ਵੱਡੀਆਂ ਕੰਪਨੀਆਂ ਜਿੰਨਾ ਮੀਟ ਤੁਸੀਂ ਲੈਨੇ ਆ ਗਰੋਸਰੀ ਸਟੋਰ ਦੇ ਵਿੱਚ ਇਹ ਉਹੀ ਕੰਟਰੋਲ ਕਰਦੇ ਆ। ਇਹ ਕੱਲੇ ਬੰਦੇ ਤਾਂ ਨੇ ਆ ਕੇ ਇਹਨਾਂ ਨੂੰ ਕੁੱਕੜ ਵੇਚਣ ਲੱਗੇ। ਬਿਲਕੁਲ ਸਹੀ ਗੱਲ ਹੈ। ਵੱਡੇ ਵੱਡੇ ਪੱਧਰ ਤੇ ਉਹਨਾਂ ਦੀ ਤਕਰੀਬਨ ਸਾਰੀ ਮੱਕੀ ਬੈਲਟ 1-2 ਕੰਪਨੀਆਂ ਕੰਟਰੋਲ ਕਰਦੀਆਂ ਜੋ, ਪਰ ਉਹਦੇ ਨਾਲ ਕਿਸਾਨਾਂ ਨੂੰ ਵੀ ਫਾਇਦਾ ਹੁੰਦਾ। ਬਿਲਕੁਲ। ਕਿਉਂਕਿ ਉਹਨਾਂ ਨੇ ਉਸ ਚੀਜ਼ ਨੂੰ ਜਿਹੜੀ ਅੱਗੇ ਇੱਕ ਹੀ ਚੀਜ਼ ਬਣਦੀ ਹੁੰਦੀ ਸੀ, ਇਹਨਾਂ ਕੰਪਨੀਆਂ ਨੇ 50 ਤਰੀਕੇ ਨਾਲ ਬਣਾ ਕੇ ਰੱਖੀਆਂ ਹੈ ਜੀ। ਇੱਕ ਮੱਕੀ ਨੂੰ ਅਸੀਂ ਤਾਂ ਆਟਾ ਹੀ ਬਣਾਉਣ ਦੀ ਰੱਖੀ ਨਾ। ਹੁਣ ਮੱਕੀ ਦੇਖੋ ਇੱਥੇ ਕਿੰਨੇ ਤਰੀਕੇ ਨਾਲ ਖਾਂਦੇ ਆ ਮੱਕੀ। ਕੋਈ ਬੰਦਾ ਫਿਲਮ ਦੇਖਣ ਜਾਂਦਾ ਉਹਨੂੰ ਪਤਾ ਲੱਗਦਾ ਵੀ ਮੱਕੀ ਦੇ ਵਿੱਚੋਂ ਆ ਵੀ ਬਣਾਏ ਜਾ ਸਕਦੇ ਆ। ਸਾਰੇ ਕੁਝ ਖਾਂਦੇ ਆ ਇੱਥੇ। ਬਿਲਕੁਲ। ਸੋ ਇਹਦੇ ਚ ਇੱਕ ਜਿਹੜੀ ਵਿਊ ਹੋਣੀ ਚਾਹੀਦੀ ਆ ਵੀ ਹਰ ਇੱਕ ਚੀਜ਼ ਦਾ ਨੈਗੇਟਿਵ ਹੀ ਨਹੀਂ ਹੁੰਦਾ, ਇਹਦਾ ਪੋਜ਼ਿਟਿਵ ਵੀ ਹੁੰਦਾ। ਬਿਲਕੁਲ। ਦੋ ਚੀਜ਼ਾਂ ਹੁੰਦੀਆਂ। ਤੇ ਅੱਜ ਦੇ ਪੋਜ਼ਿਟਿਵ ਚ ਇਹ ਆ ਵੀ ਹੁਣ ਅੱਜ ਦੇ ਵਿਚਾਰ ਦਾ ਸਮਾਂ ਹੋ ਗਿਆ। ਬਿਲਕੁਲ ਜੀ ਡਾਕਟਰ ਸਾਹਿਬ, ਅੱਜ ਦਾ ਵਿਚਾਰ ਜੀ ਕਿ ਯਾਰੋ ਸੋਚੋ ਕਾਹਤੋਂ ਇੱਥੇ, ਯਾਰੋ ਸੋਚੋ ਕਾਹਤੋਂ ਇੱਥੇ ਬੇਵਕਤੇ ਮੀਂਹ ਆਉਂਦੇ ਨੇ, ਲੋੜ ਪਵੇ ਤੇ ਸੁੱਕ ਜਾਂਦਾ ਹੈ ਪਾਣੀ ਕਿਉਂ ਦਰਿਆਵਾਂ ਦਾ। ਸੁੱਕੇ ਦੁੱਧ ਦੇ ਡੱਬੇ ਆਤਿਫ ਹਰ ਹੱਟੀ ਤੇ ਵਿਕਦੇ ਨੇ, ਸੁੱਕੇ ਦੁੱਧ ਦੇ ਡੱਬੇ ਆਤਿਫ ਹਰ ਹੱਟੀ ਤੇ ਵਿਕਦੇ ਨੇ, ਖਬਰੇ ਤਾਈਓ ਸੁੱਕ ਜਾਂਦਾ ਏ ਦੁੱਧ ਵੀ ਅੱਜ ਕੱਲ ਮਾਵਾਂ ਦਾ, ਦੁੱਧ ਵੀ ਅੱਜ ਕੱਲ ਮਾਵਾਂ ਦਾ। ਸੋ ਬਹੁਤ ਬਹੁਤ ਮਿਹਰਬਾਨੀ ਡਾਕਟਰ ਸਾਹਿਬ, ਥੈਂਕ ਯੂ ਜੀ। ਸੋ ਇਸ ਦੇ ਨਾਲ ਹੀ ਪ੍ਰੋਗਰਾਮ ਦੀ ਸਮਾਪਤੀ ਦਾ ਸਮਾਂ ਹੋ ਗਿਆ। ਸੋ ਅਸੀਂ ਹਰ ਵਾਰ ਦੀ ਤਰ੍ਹਾਂ ਤੁਹਾਨੂੰ ਫਿਰ ਬੇਨਤੀ ਕਰਾਂਗੇ ਕਿ ਫੇਸਬੁੱਕ ਦੇ ਉੱਪਰ ਸਾਡਾ ਰੇਡੀਓ ਇੰਡੀਆ ਪੇਜ ਹੈ, ਉੱਥੇ ਜਾ ਕੇ ਸਾਡੇ ਪ੍ਰੋਗਰਾਮ ਦੇ ਸੰਬੰਧ ਵਿੱਚ ਤੁਸੀਂ ਆਪਣੇ ਵਿਚਾਰ ਜ਼ਰੂਰ ਦਿਆ ਕਰੋ ਤਾਂ ਜੋ ਅਸੀਂ ਅਪਡੇਟ ਰਹੀਏ ਔਰ ਸਾਨੂੰ ਪਤਾ ਲੱਗੇ ਕਿ ਅਸੀਂ ਸਾਡਾ ਜਿਹੜਾ ਭਵਿੱਖ ਦਾ ਰਸਤਾ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ। ਸੋ ਹੁਣ ਮੈਨੂੰ ਬਲਦੇਵ ਸਿੰਘ ਭਾਮ ਨੂੰ ਦਿਓ ਇਜਾਜ਼ਤ। ਕੱਲ ਨੂੰ ਫਿਰ ਨਵੇਂ ਵਿਸ਼ੇ ਲੈ ਕੇ ਡਾਕਟਰ ਸ਼ਿੰਦਰ ਪੁਰੇਵਾਲ ਜੀ ਦੇ ਨਾਲ ਫਿਰ ਅਸੀਂ ਤੁਹਾਡੇ ਕੋਲੇ ਹਾਜ਼ਰ ਹੋਵਾਂਗੇ, ਤੁਹਾਡੇ ਨਾਲ ਵਿਚਾਰ ਚਰਚਾ ਕਰਾਂਗੇ। ਅਸੀਂ ਤਦ ਤੱਕ ਲਈ ਦਿਓ ਇਜਾਜ਼ਤ। ਜਿਉਂਦੇ ਵਾਸਤੇ ਰਹੋ ਜੀ।